ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਅਸੀਂ ਮੱਤੇਵਾੜਾ ਜੰਗਲ ਨੂੰ ਲੈ ਕੇ। ਸਵਾਗਤ ਹੈ ਤੁਹਾਡਾ ਹਮੀਰ ਸਿੰਘ ਜੀ। ਜੀ ਸ਼ੁਕਰੀਆ, ਧੰਨਵਾਦ। ਹਮੀਰ ਸਿੰਘ ਜੀ, ਮੱਤੇਵਾੜਾ ਦਾ ਪ੍ਰੋਜੈਕਟ ਰੱਦ ਹੋਣ ਦੇ ਨਾਲ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਇਹਦੇ ਨਾਲ ਜੇ ਪੰਜਾਬ ਇੱਕ ਫਾਇਦਾ ਪੰਜਾਬ ਨੂੰ ਮਿਲਦਾ ਹੈ ਕਿ ਜੰਗਲਾਂ ਦੀ ਬਚਾਅ ਹੋ ਗਿਆ, ਪਰ ਦੂਜੇ ਬੰਨੇ ਇਹਦੇ ਨੁਕਸਾਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਜੇ ਇਹ ਪ੍ਰੋਜੈਕਟ ਰੱਦ ਹੋ ਕੇ ਕੇਂਦਰ ਵਾਪਸ ਲੈ ਲੈਂਦੀ ਹੈ ਜਾਂ ਪੰਜਾਬ ਦੇ ਵਿੱਚ ਜ਼ਮੀਨ ਕਿੱਥੇ ਮੁਹੱਈਆ ਕਰਵਾਈ ਜਾਣੀ ਹੈ ਉਹਦੇ ਬਾਰੇ ਪੰਜਾਬ ਸਰਕਾਰ ਕੋਈ ਫੈਸਲਾ ਨਹੀਂ ਲੈ ਸਕਦੀ। ਹਾਲਾਂਕਿ ਅਨੰਦਪੁਰ ਸਾਹਿਬ ਦੇ ਲਾਗੇ ਖਡੂਰ ਸਾਹਿਬ ਦੇ ਜਿਹੜੇ ਲੋਕ ਸਭਾ ਮੈਂਬਰ ਨੇ ਉਹ ਕਹਿ ਰਹੇ ਨੇ ਕਿ ਸਾਡੇ ਵਾਲੇ ਪਾਸੇ ਲਾ ਦਿਓ, ਪਰ ਫਿਰ ਵੀ 1000 ਏਕੜ ਜ਼ਮੀਨ ਦਾ ਮਸਲਾ ਹੈ, ਫਿਰ ਵਾਤਾਵਰਣ ਦਾ ਵੀ ਮਸਲਾ ਹੈ ਤੇ ਜੇਕਰ ਇਹ ਟੈਕਸਟਾਈਲ ਪਾਰਕ ਵਾਪਸ ਮੁੜਦਾ ਤਾਂ ਬੇਰੁਜ਼ਗਾਰੀ ਨੂੰ ਠੱਲ ਪਾਉਣ ਦਾ ਵੀ ਮਸਲਾ। ਬਹੁਤ ਸਾਰੇ ਸਵਾਲ ਇਹਦੇ ਨਾਲ ਜੁੜਦੇ ਨੇ ਕਿ ਮੱਤੇਵਾੜਾ ਪ੍ਰੋਜੈਕਟ, ਜਿਵੇਂ ਮੈਂ ਪੜ੍ਹ ਰਿਹਾ ਸੀ ਕਿਤੇ ਕਿ ਯੂਪੀ ਵਾਲੇ ਕਹਿੰਦੇ ਕਿ ਸਾਨੂੰ 10 ਪ੍ਰੋਜੈਕਟ ਹੋਰ ਦੇ ਦਿਓ, ਉਹ ਆਪਣੇ ਵੱਲੋਂ ਜ਼ਮੀਨ ਦੇਣ ਨੂੰ ਤਿਆਰ ਬੈਠੇ ਨੇ। ਗੁਜਰਾਤ ਦੇ ਵਿੱਚ ਇਹਦਾ ਸ਼ਿਲਾਨਿਆਸ ਜਿਹਨੂੰ ਕਹਿੰਦੇ ਨੇ ਕਿ ਉਹ ਹੋਣ ਦੀਆਂ ਤਿਆਰੀਆਂ ਨੇ। ਪਰ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਮੱਤੇਵਾੜਾ ਦਾ ਇੱਕ ਇਸ ਤਰ੍ਹਾਂ ਦੀ ਥਾਪੀ ਮਾਰੀ ਜਾ ਰਹੀ ਆ ਕਿ ਅਸੀਂ ਬਹੁਤ ਵੱਡੀ ਪ੍ਰਾਪਤੀ ਕਰ ਲਈ, ਪਰ ਇਹਦੇ ਨਤੀਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਨੂੰ ਭੁਗਤਣੇ ਪੈ ਸਕਦੇ ਨੇ। ਕੀ ਇਹ ਸਹੀ ਹੈ ਸਵਾਲ? ਨਹੀਂ, ਇੱਕ ਸਵਾਲ ਤਾਂ ਇਹ ਹੈ, ਬੜਾ ਕਲੀਅਰ ਕੱਟ ਹੈ ਕਿ ਇੱਕ ਮਨੁੱਖੀ ਹੋਣ ਦਾ ਸਵਾਲ ਹੁੰਦਾ। ਜ਼ਿੰਦਗੀ ਜਿਹੜੀ ਜੈਵਿਕ ਜ਼ਿੰਦਗੀ ਹੁੰਦੀ ਹੈ ਉਹਨੇ ਬਚਣਾ, ਉਹਨੇ ਜਿੰਦਾ ਰਹਿਣਾ, ਬਾਕੀ ਸਵਾਲ ਉਦੋਂ ਬਾਅਦ ਪੈਦਾ ਹੁੰਦੇ। ਔਰ ਜਿਹੜਾ ਪ੍ਰੋਜੈਕਟ ਵੀ, ਚਾਹੇ ਉਹ ਜਿਹੜੀ ਵੀ ਟੈਕਨੋਲੋਜੀ, ਜਿਹੜਾ ਵੀ ਪ੍ਰੋਜੈਕਟ ਇਸ ਨੂੰ ਪ੍ਰਭਾਵਿਤ ਕਰਦਾ ਹੈ ਕਿ ਅੱਗੇ ਲਈ ਇਹ ਖਤਰਨਾਕ ਹੈ, ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਜੰਗਲ ਨਹੀਂ ਹੈ, 6% ਤੋਂ ਵੀ ਘੱਟ ਨੇ। ਪਹਿਲਾਂ ਹੀ ਪੰਜਾਬ ਦੇ ਵਿੱਚ ਸੰਕਟ ਹੈ ਇਹੋ ਜਿਹਾ ਸਿਹਤ ਦਾ, ਖਾਸ ਤੌਰ ਤੇ ਕਾਲਾ ਪੀਲੀਆ, ਬਾਕੀ ਕੈਂਸਰ ਤੇ ਹੋਰ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਨੇ। ਤੇ ਉਹਦੇ ਵਾਸਤੇ ਜਿਹੜੀ ਸਾਈਟ ਇਹ ਦੇਖਣੀ ਕਿ ਤੁਸੀਂ ਬਿਲਕੁਲ ਇਹੋ ਜਿਹੀ ਇੱਕ ਰੱਖ ਹੈ ਸਾਰੀ 4042 ਏਕੜ ਦੀ, ਤੇ ਉਹ ਵੀ ਜੇ ਬਰਬਾਦ ਕਰ ਦੋਗੇ ਨੇੜੇ ਤਾਂ ਉਹਦਾ ਕੋਈ ਮਤਲਬ ਨਹੀਂ ਹੈ। ਇਸ ਲਈ ਨੰਬਰ ਇੱਕ ਤਾਂ ਇਹ ਸੀਗਾ ਮੱਤੇਵਾੜਾ ਦਾ ਜਿਹੜਾ ਅੰਦੋਲਨ, ਤਾਂ ਉਹ ਇਸ ਕਰਕੇ ਸੀ ਕਿ ਤੁਸੀਂ ਉਹਨੂੰ ਨਹੀਂ ਉਹ ਕਰ ਸਕਦੇ। ਦੂਜਾ, ਬਿਲਕੁਲ ਇਹ ਸਤਲੁਜ ਦੇ ਕੰਢੇ ਤੇ ਸੀ। ਸਤਲੁਜ ਦਾ ਕਿਨਾਰਾ ਹੈ। ਸਾਡੇ ਦਰਿਆ ਪਹਿਲਾਂ ਹੀ ਬੁੱਢੇ ਨਾਲੇ ਤੋਂ ਲੈ ਕੇ ਜਿਹੋ ਜਿਹੇ ਪਲੀਤ ਹੋਏ ਪਏ ਨੇ ਉਹ ਤੱਕ, ਜਿੱਥੇ ਤੱਕ ਪਾਣੀ ਪੀਂਦੇ ਨੇ ਲੋਕ ਉਹਦਾ, ਔਰ ਉਹ ਪਾਰੀਆਂ ਦਾ ਘਰ ਬਣੇ ਪਏ ਨੇ, ਤੇ ਅਜੇ ਤੱਕ ਅਸੀਂ ਪਾਣੀ ਪਾਣ ਤੋਂ ਰੋਕ ਨਹੀਂ ਪਾਏ। ਜਿਹੜਾ ਪਾਣੀ ਪੁਰਾਣਾ ਪੈਂਦਾ, ਮਿਊਨਿਸਪਲ ਵੇਸਟ ਪੈਂਦਾ ਹੈ, ਤੇ ਉਹ ਲਗਾਤਾਰ ਪਾਣੀ ਉਹਨਾਂ ਦਰਿਆਵਾਂ 'ਚ ਪੈ ਰਿਹਾ। ਦਾਅਵੇ ਜਿੰਨੇ ਮਰਜ਼ੀ ਕੀਤੇ ਜਾਣ, ਪਰ ਉਹ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਿਹਾ, ਬਰਬਾਦ ਕਰ ਰਿਹਾ, ਲੋਕਾਂ ਨੂੰ ਬਿਮਾਰ ਕਰ ਰਿਹਾ, ਚੰਗੇ ਭਲੇ ਲੋਕਾਂ ਨੂੰ। ਦੂਜਾ ਪਹਿਲੂ ਰੁਜ਼ਗਾਰ ਦਾ, ਕਿ ਰੁਜ਼ਗਾਰ ਕਿਵੇਂ ਪੈਦਾ ਹੋਵੇ, ਤੇ ਫਿਰ ਕੀ ਗੱਲ। ਰੁਜ਼ਗਾਰ ਦੇ 3 ਵੱਡੇ ਸੈਕਸ਼ਨ ਸਾਡੇ ਗਿਣੇ ਜਾਂਦੇ ਨੇ। ਅਜੇ ਵੀ ਸਭ ਤੋਂ ਵੱਡਾ ਰੁਜ਼ਗਾਰ ਦਾ ਖੇਤਰ ਸਾਡੇ ਕੋਲ ਖੇਤੀਬਾੜੀ ਹੈ। ਅਜੇ ਦੇਸ਼ ਦੇ ਵਿੱਚ ਜੇ ਦੇਖੀਏ ਤਾਂ ਲਗਭਗ 49% 50% ਤਾਂ ਖੇਤੀ ਸਾਂਭੀ ਬੈਠੀ ਹੈ। ਬਾਕੀ ਤਾਂ ਰੁਜ਼ਗਾਰ ਤੁਸੀਂ ਅੰਦਾਜ਼ਾ ਲਾ ਕੇ ਦੇਖ ਲਓ ਕਿ ਕਿੰਨਾ ਕੁ ਲਗਾਤਾਰ ਕਰ ਰਿਹਾ। ਦੂਜਾ ਸਰਵਿਸ ਖੇਤਰ ਹੈ, ਤੇ ਤੀਜਾ ਇੰਡਸਟਰੀ ਹੈ। ਹੁਣ ਇੰਡਸਟਰੀ ਜਿਹੜੀ ਲੱਗ ਰਹੀ ਹੈ ਲਗਾਤਾਰ, ਕੀ ਉਹ ਰੁਜ਼ਗਾਰ ਕਿੰਨਾ ਦਿੰਦੀ ਹੈ? ਕੋਈ ਡਾਟਾ ਦੱਸ ਕੇ ਤਾਂ ਦੇਖੇਗਾ। ਨਵੀਂ ਉਦਯੋਗ ਜਿਹੜੇ ਲੱਗ ਰਹੇ ਨੇ ਉਹ ਕਿੰਨਾ ਰੁਜ਼ਗਾਰ ਪੈਦਾ ਕਰਦੇ। ਉਹ ਪੁਰਾਣਾ ਇੱਕ ਪੈਟਰਨ ਸੀ ਕਿ ਇੱਕ ਇੰਡਸਟਰੀ ਲੱਗਦੀ ਹੈ, ਉਹ 4000 ਨੂੰ ਰੁਜ਼ਗਾਰ ਦੇ ਰਹੀ ਹੈ, 10000 ਨੂੰ ਦੇ ਰਹੀ ਹੈ, 50000 ਨੂੰ ਦੇ ਰਹੀ ਹੈ। ਹੁਣ ਮੁਕਾਬਲਤਨ ਇੰਪਲਾਇਮੈਂਟ ਰੁਜ਼ਗਾਰ ਕਿੰਨਾ ਜਨਰੇਟ ਹੋ ਰਿਹਾ ਕਿਸੇ ਉਦਯੋਗ ਦੇ ਵਿੱਚ, ਉਹਦਾ ਕੋਈ ਅੰਕੜਾ ਦੇ ਰਿਹਾ ਬੰਦਾ? ਕਿ ਜੇ ਟੈਕਸਟਾਈਲ ਪਾਰਕ ਲੱਗਣਾ ਸੀ ਉੱਥੇ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਮਿਲਣਾ, ਜਾਂ ਬਾਕੀ ਦੇ ਜਿਹੜੇ ਲੱਗਣੇ ਸੀ ਉਹ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਦੇ ਰਹੇ। ਇਸ ਲਈ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਆਟੋਮਾਈਜੇਸ਼ਨ ਦੀ, ਜਿਹਨੂੰ ਮਸਨੂਈ ਬੌਧਿਕਤਾ ਕਹਿੰਦੇ, ਆਰਟੀਫਿਸ਼ੀਅਲ ਇੰਟੈਲੀਜੈਂਸ, ਉੱਥੇ ਟੋਟਲ ਟੈਕਨੋਲੋਜੀ ਹੈ ਤੇ ਰੁਜ਼ਗਾਰ ਦੇ ਚਾਂਸ ਬਹੁਤ ਥੋੜੇ ਨੇ, ਬਹੁਤ ਮਾਮੂਲੀ ਨੇ ਮੁਕਾਬਲਤਨ। ਔਰ ਉਹਦੇ ਕਰਕੇ ਹੀ ਇਹ ਹੈ ਕਿ ਫਿਰ ਜੇ ਉਹ ਰੁਜ਼ਗਾਰ ਵੀ ਬਹੁਤ ਮਾਮੂਲੀ ਦੇਗਾ ਤੇ ਉੱਥੇ ਜਾ ਕੇ ਬਰਬਾਦੀ ਵੀ ਹੋਏਗੀ, ਤਾਂ ਦੋਨਾਂ ਚੋਂ ਕਿਹੜੀ ਪ੍ਰਾਇੋਰਟੀ ਹੋਏਗੀ? ਔਰ ਜਿੰਨਾ ਕੰਸੈਸ਼ਨ ਤੁਸੀਂ ਕਾਰਪੋਰੇਟ ਨੂੰ ਦੇ ਰਹੇ ਹੋ ਇਹਨਾਂ ਪ੍ਰੋਜੈਕਟਾਂ ਦੇ ਮੁਕਾਬਲੇ, ਕੀ ਉਹਦੇ ਮੁਕਾਬਲੇ ਰੁਜ਼ਗਾਰ ਸੰਭਵ ਹੈ? ਰੁਜ਼ਗਾਰ ਦੇ ਰਹੇ ਹੋ? ਇਹ ਬਹੁਤ ਵੱਡਾ ਸਵਾਲ ਹੈ। ਜੇ ਰੁਜ਼ਗਾਰ ਸਾਡੇ ਪੈਦਾ ਹੁੰਦਾ, ਕਿਹੜੀ ਸਟੇਟ ਹੈ? ਗੁਜਰਾਤ ਤਾਂ ਕਹਿੰਦੇ ਨੇ ਬਹੁਤ ਦਿੱਤਾ, ਟਾਟਾ ਵਾਲਿਆਂ ਦਾ ਵੀ ਚੱਕ ਕੇ ਬੰਗਾਲ ਤੋਂ ਉੱਥੇ ਗੁਜਰਾਤ ਲੈ ਗਏ ਸੀ, ਬਾਕੀ ਵੀ ਲੈ ਗਏ ਸੀ। ਉਹਨਾਂ ਨੇ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਕਰ ਲਈ, ਉੱਥੇ ਰੁਜ਼ਗਾਰ ਪੈਦਾ ਹੋ ਗਿਆ। ਜਾਂ ਸਾਡੇ ਬਠਿੰਡਾ ਰਿਫਾਈਨਰੀ ਕਿੰਨੀ ਵੱਡੀ ਲੱਗੀ ਸੀ, ਜਿਹੜੀ ਉਦੋਂ ਕਹਿੰਦੇ ਸੀ 16000 ਕਰੋੜ ਦੀ ਹੈ, ਕਿੰਨਾ ਰੌਲਾ ਪਿਆ ਸੀ, ਉੱਥੇ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਮਿਲਿਆ ਹੋਇਆ। ਇਸ ਲਈ ਜਿਹੜਾ ਡਿਵੈਲਪਮੈਂਟ ਦਾ ਮੌਜੂਦਾ ਮਾਡਲ ਹੈ, ਇਹ ਰੁਜ਼ਗਾਰ ਤਾਂ ਪੈਦਾ ਕਰਨ ਦੀ ਬਜਾਏ ਰੁਜ਼ਗਾਰ ਖੋਹਣ ਵਾਲਾ ਬਣ ਗਿਆ। ਬਲਕਿ ਜਿੱਥੇ ਜਿੱਥੇ ਰੁਜ਼ਗਾਰ ਮਿਲਿਆ ਸੀ, ਸਾਡੇ ਫੈਕਟਰੀ ਬੰਦ ਹੋ ਰਹੀਆਂ ਨੇ। ਬਠਿੰਡਾ ਥਰਮਲ ਅਸੀਂ ਬੰਦ ਕਰਤਾ, ਰੋਪੜ ਬੰਦ ਕਰਨ ਦੀ ਕਈ ਵਾਰ ਅਪਰੋਚ ਹੋ ਜਾਂਦੀ ਹੈ ਕਿ ਆਪਾਂ ਜੀ ਇਹ ਵੀ ਬੰਦ ਕਰ ਲਾਂਗੇ। ਜਿੰਨੇ ਵੀ ਬਾਕੀ ਪੁਰਾਣੇ ਰੁਜ਼ਗਾਰ ਦੇਣ ਵਾਲੇ ਸਾਧਨ ਨੇ ਉਹ ਤਾਂ ਅਸੀਂ ਬੰਦ ਕਰ ਰਹੇ ਹਾਂ ਲਗਾਤਾਰ। ਔਰ ਹੁਣ ਵੀ
ਜੇਕਰ ਜ਼ਮੀਨ ਚਾਹੀਦੀ ਵੀ ਹੈ ਕਿਸੇ ਡਿਵੈਲਪਮੈਂਟ ਲਈ, ਕਿਸੇ ਬਾਕੀ ਦੇ ਮੁੱਦਿਆਂ ਵਾਸਤੇ ਜਿਹੜੀ ਜ਼ਮੀਨ ਚਾਹੀਦੀ ਹੁੰਦੀ ਹੈ, ਤਾਂ ਉਹਦਾ ਇੱਕ ਦੇਖਣਾ ਕੀ ਹੈ। ਲੁਧਿਆਣਾ ਟੈਕਸਟਾਈਲ ਹੱਬ ਸੀ। ਟੈਕਸਟਾਈਲ ਹੱਬ ਤਾਂ ਮੇਨਲੀ ਪਹਿਲਾਂ ਅੰਮ੍ਰਿਤਸਰ ਸੀ ਪੁਰਾਣੇ ਜ਼ਮਾਨੇ 'ਚ, ਜਾਂ ਬਠਿੰਡਾ ਹੈ, ਜਿੱਥੇ ਕਾਟਨ ਹੁੰਦੀ ਸੀ, ਜਿੱਥੇ ਮਿੱਲਾਂ ਲੱਗੀਆਂ ਹੋਈਆਂ ਸੀ ਪਹਿਲਾਂ ਵੀ। ਅੰਮ੍ਰਿਤਸਰ ਬੁਨਿਆਦੀ ਤੌਰ ਤੇ ਉਹ ਸੀ। ਤਾਂ ਅਸੀਂ ਨਵੇਂ ਚੀਜ਼ਾਂ, ਔਰ ਉੱਥੇ ਤਾਂ ਟੈਕਸਟਾਈਲ ਵਾਲੇ ਖੁਦ ਜਾ ਕੇ ਰਾਜੀ ਨਹੀਂ ਸੀ ਇਸ ਲੁਧਿਆਣੇ ਵਾਲੀ ਹੱਬ 'ਚ, ਤਾਂ ਕਿਉਂਕਿ ਉਹਨਾਂ ਨੂੰ ਵੀ ਇਕਜੁੱਟ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਕਿ ਜਿੱਥੋਂ ਉਹਨਾਂ ਨੂੰ ਫਾਇਦਾ। ਤੇ ਟੈਕਸਟਾਈਲ ਫੈਕਟਰੀਆਂ ਵਾਲਿਆਂ ਨੂੰ ਵੀ ਮੈਂ ਸੁਣਿਆ, ਤੇ ਉਹ ਕਹਿ ਰਹੇ ਸੀਗੇ ਕਿ ਸਾਡੇ ਲਈ ਘੱਟੋ ਘੱਟ ਜੇ ਹੱਬ ਹੋਵੇ ਜਿੱਥੇ ਜਿੱਥੇ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣ, ਇਹ ਸਾਡੇ ਲਈ ਬਹੁਤ ਜ਼ਿਆਦਾ ਨਹੀਂ ਹੈ ਸੂਟੇਬਲ ਚੀਜ਼। ਕਿਉਂਕਿ ਆਪਣੇ ਇਤਿਹਾਸਕ ਪਿਛੋਕੜ 'ਚ ਵੀ ਜੇ ਆਪਾਂ ਦੇਖਦੇ ਹਾਂ ਨਾ, ਅੰਮ੍ਰਿਤਸਰ ਹੱਬ ਹੁੰਦੀ ਸੀ ਕਿਸੇ ਸਮੇਂ ਕਾਫੀ ਵੱਡੀ, ਕਈ ਫੈਕਟਰੀਆਂ ਸੀਗੀਆਂ ਉੱਥੇ ਇਹਦੇ 'ਚ, ਇਹਦੀਆਂ ਟੈਕਸਟਾਈਲ ਦੀਆਂ, ਤੇ ਉਧਰੋਂ ਰੂਟ ਵੀ ਸੀਗਾ ਸਾਰੇ ਕਿਤੇ। ਤੇ ਜਾਂ ਫਿਰ ਬਠਿੰਡੇ 'ਚ ਕਾਟਨ ਵੈਸੇ ਬਠਿੰਡਾ ਏਰੀਆ 'ਚ ਹੁੰਦੀ ਆ, ਬਠਿੰਡਾ ਵੈਲ ਦੇ ਵਿੱਚ। ਔਰ ਇਸੇ ਕਰਕੇ ਲੋਕ ਇਹ ਵੀ ਇੱਕ ਦਲੀਲ ਦਿੰਦੇ ਸੀ ਕਿ ਜਿਵੇਂ ਰੋਪੜ ਤਾਂ, ਬਠਿੰਡਾ ਥਰਮਲ ਤਾਂ ਤੁਸੀਂ ਬੰਦ ਕਰ ਹੀ ਦਿੱਤਾ, ਜਿਹੜੀ ਉਹਦੀ 2400 ਏਕੜ ਜ਼ਮੀਨ ਹੈ, ਉਹ ਜੋ ਵੇਚੀ ਪਈ ਹੈ, ਉਹ ਜਿਹਨੂੰ ਕਿਸੇ ਨੂੰ ਤੁਸੀਂ ਬਣਾ ਸਕਦੇ ਹੋ, ਜਾਂ ਹੋਰ ਬਥੇਰੀਆਂ ਚੀਜ਼ਾਂ ਨੇ। ਮਾਨਸਾ ਦੇ ਵਿੱਚ ਗੋਬਿੰਦਪੁਰਾ ਥਰਮਲ ਲਈ ਪ੍ਰਾਈਵੇਟ ਜ਼ਮੀਨ ਲਈ ਸੀ, ਅਜੇ ਤੱਕ ਵਿਹਲੀ ਪਈ ਹੈ। ਹਜ਼ਾਰਾਂ ਏਕੜ ਜ਼ਮੀਨ ਲੈ ਲੈ ਕੇ ਛੱਡੀ ਜਾ ਰਹੇ ਹੋ। ਗੋਬਿੰਦਗੜ੍ਹ ਦੀ ਕਿੰਨੀ ਇੰਡਸਟਰੀ ਬੰਦ ਪਈ ਹੈ, ਬੇਕਾਰ ਹੋ ਗਈ, ਕੁਛ ਬੱਦੀ ਚ ਸ਼ਿਫਟ ਹੋ ਗਈ, ਕੁਛ ਬੰਦ ਹੋ ਗਈ ਵੈਸੇ ਹੀ। ਔਰ ਬਟਾਲਾ ਸੀਗਾ, ਬਟਾਲੇ ਦੀ ਇੰਡਸਟਰੀ, ਸਾਡਾ ਬਟਾਲਾ ਇੰਡਸਟਰੀਅਲ ਟਾਊਨ ਸੀ। ਬਾਕੀ ਜਗ੍ਹਾ ਤਾਂ ਕਿੰਨੇ ਫੋਕਲ ਪੁਆਇੰਟ ਨੇ ਜਿੱਥੇ ਬਹੁਤ ਸਾਰੀ ਇੰਡਸਟਰੀ ਮਤਲਬ ਬੰਦ ਹੋ ਗਈ। ਜੇ ਰੁਜ਼ਗਾਰ ਪੈਦਾ ਕਰਨਾ, ਤੇ ਰੁਜ਼ਗਾਰ ਜਿਹੜਾ ਸਾਡੇ ਆਰਥਿਕ ਮਾਹਰਾਂ ਦਾ ਕਹਿਣਾ ਹੈ, ਉਹ ਜ਼ਿਆਦਾ ਸਾਨੂੰ ਨਾ ਛੋਟੀ ਤੇ ਮੱਧਮ ਤੇ ਲਘੂ ਕਿਸਮ ਦੇ ਰੁਜ਼ਗਾਰ ਦੀ ਲੋੜ, ਉਦਯੋਗਾਂ ਦੀ ਲੋੜ ਹੈ। ਸਾਡਾ ਫੋਕਸ ਪੰਜਾਬ ਵਰਗੇ ਸੂਬੇ ਨਹੀਂ, ਜਿੱਥੇ 84% ਏਰੀਆ ਖੇਤੀਬਾੜੀ ਬੇਸਡ ਹੋਵੇ, ਉਹਨੂੰ ਤੁਸੀਂ ਦੂਜੇ ਜਿਹੜੇ ਬੰਜਰ ਟਾਈਪ ਦੇ ਏਰੀਏ ਨੇ ਉਹਦੇ ਨਾਲ ਮੁਕਾਬਲਾ ਕਰਕੇ ਨਹੀਂ ਕਹਿ ਸਕਦੇ ਉਹ ਐ ਕਰ ਰਿਹਾ ਮੈਂ। ਸਾਡੀਆਂ ਆਪਣੀਆਂ ਠੋਸ ਲੋੜਾਂ ਦੇ ਮੁਤਾਬਕ, ਜਿਵੇਂ ਹੁਣ ਲੁਧਿਆਣਾ ਸੀ, ਇੰਡਸਟਰੀ ਇੱਥੇ ਸੀ, ਘਰ ਘਰ ਦੇ ਵਿੱਚ ਇੱਕ ਟਾਈਪ ਦਾ ਉਦਯੋਗ ਸੀ, ਕੋਈ ਛੋਟਾ ਜਿਹੀ ਚੀਜ਼ ਬਣਾ ਰਿਹਾ ਹੌਜਰੀ ਦੀ, ਕੋਈ ਛੋਟੀ ਜਿਹੀ ਨਟ ਬੋਲਟ ਦੀ ਛੋਟੀ ਜਿਹੀ ਲਾਈ ਹੋਈ ਆ ਘਰੇ, ਤੇ ਉਹ 5-5 10-10 ਬੰਦਿਆਂ ਨੂੰ ਰੁਜ਼ਗਾਰ ਵੀ ਦੇ ਰਹੇ ਨੇ, ਤੇ ਨਾਲ ਉਹਨਾਂ ਦਾ ਗੁਜ਼ਾਰਾ ਆਪਦਾ ਵੀ ਚੱਲ ਰਿਹਾ। ਸਾਡੇ ਇਸੇ ਤਰ੍ਹਾਂ ਜਿਵੇਂ ਐਗਰੀਕਲਚਰ ਬੇਸਡ ਹੈ, ਐਗਰੋ ਬੇਸਡ ਜਿਹੜੀ ਹੋਵੇ, ਕੋਈ ਜੂਸ ਦੀ, ਕੋਈ ਡੱਬਾ ਬੰਦ ਕਰਨ ਦੀ, ਕੋਈ ਵੱਖ-ਵੱਖ ਅਚਾਰ ਦੀ, ਕੋਈ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ, ਉਹਦੀ ਸਮਾਲ ਤੇ ਮੀਡੀਅਮ ਸਕੇਲ ਇੰਡਸਟਰੀ ਤੇ ਸਾਡੀ ਪਲਾਨਿੰਗ ਆਪਣੀ ਸਾਨੂੰ ਯੋਜਨਾਬੱਧ ਤਰੀਕੇ ਨਾਲ ਕਰਨੀ ਚਾਹੀਦੀ ਹੈ, ਔਰ ਕਰਨੀ ਪਊਗੀ, ਤਾਂ ਕਿ ਰੁਜ਼ਗਾਰ ਵੀ ਪੈਦਾ ਹੋਵੇ, ਤੇ ਸਾਡਾ ਜਿਹੜਾ ਕੱਚਾ ਮਾਲ ਹੈ, ਜਿਹੜਾ ਅਸੀਂ ਪ੍ਰੋਡਿਊਸ ਕਰਦੇ ਹਾਂ, ਉਹਦੇ 'ਚ ਵੀ ਵੈਲਿਊ ਸਰਪਲਸ ਮਤਲਬ ਜੁੜ ਸਕੇ, ਉਹਦੇ ਕੀਮਤ ਜੁੜ ਕੇ ਉਹ ਵੀ ਮਹਿੰਗੀ ਵਿਕ ਸਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਉਹਦੇ ਨਾਲ ਇੱਕ ਯੋਜਨਾਬੰਦੀ ਦੀ ਜੋ ਪੰਜਾਬ ਦੀ ਜ਼ਿਆਦਾ ਜ਼ਰੂਰਤ ਹੈ। ਸਾਰੇ ਆਰਥਿਕ ਮਾਹਰ ਤੇ ਬਾਕੀ ਦੇ ਉਹ ਇਹ ਕਾਫੀ ਦੇਰ ਤੋਂ ਇਹ ਗੱਲ ਕਹਿੰਦੇ ਆ ਰਹੇ ਨੇ ਕਿ ਅਸੀਂ ਇਸ ਤਰੀਕੇ ਨਾਲ ਮਤਲਬ ਜੇ ਚੱਲਾਂਗੇ ਤਾਂ ਜਾਂ ਉਹ ਜ਼ਿਆਦਾ ਬਿਹਤਰ ਹੈ। ਨਕਲ ਮਾਰ ਕੇ ਹਰ ਸੂਬਾ ਆਪੋ ਆਪਣੇ ਤਰੀਕੇ, ਹੁਣ ਪਹਾੜ ਦੇ ਵਿੱਚ ਤੁਸੀਂ ਫੈਕਟਰੀਆਂ ਲਾ ਦੋ, ਉੱਥੇ ਦਾ ਕਲਾਈਮੇਟ ਬਿਲਕੁਲ ਹੀ ਜਾਂਦਾ ਰਹੂਗਾ, ਤੇ ਫਿਰ ਤੁਸੀਂ ਉਹ ਕੰਮ ਨਹੀਂ ਕਰ ਸਕਦੇ। ਉਹਦੀ ਆਪਣੀ ਇੱਕ ਸੁਭਾਅ ਹੈ, ਆਪਣਾ ਨੇਚਰ ਹੈ। ਰਾਜਸਥਾਨ ਦਾ ਰੇਗਿਸਤਾਨ ਹੈ, ਉੱਥੇ ਉਹਦਾ ਆਪਣਾ ਮਾਹੌਲ ਹੈ। ਪੰਜਾਬ ਦਾ ਆਪਣਾ ਮਾਹੌਲ ਹੈ, ਆਪੋ ਆਪਣੇ ਠੋਸ ਮਾਹੌਲ ਦੇ ਮੁਤਾਬਕ ਵੀ ਤਾਂ ਯੋਜਨਾਬੰਦੀ ਚਾਹੀਦੀ ਹੈ ਕਿ ਨਹੀਂ। ਇਹ ਸਭ ਤੋਂ ਬੜਾ ਸਵਾਲ ਹੈ ਜਿਹੜਾ ਅਜੇ ਐਡਰੈਸ ਨਹੀਂ ਹੋ ਰਿਹਾ, ਸਵਾਲ ਅਜੇ ਗੱਲ ਨਹੀਂ ਹੋ ਰਹੀ ਹੈ। ਜੀ ਹਮੀਤ ਸਿੰਘ ਜੀ, ਇੱਕ ਮਤਲਬ ਕਿ ਇਹ ਸਵਾਲ ਕਿੱਥੋਂ ਤੱਕ ਜਾਇਜ਼ ਹੈ ਕਿ ਕਹਿ ਦਿੱਤਾ ਜਾਂਦਾ ਹੈ ਕਿ ਕੇਂਦਰ ਜਦੋਂ ਵੀ ਕੋਈ, ਕਿਉਂਕਿ ਕੇਂਦਰ ਦੇ ਹਿੱਸੇ ਤੋਂ ਬਿਨਾਂ ਤਾਂ ਕੋਈ ਵੀ ਸੂਬਾ ਜਿਹੜਾ ਉਹ ਆਪਣੇ ਪ੍ਰੋਜੈਕਟ ਨਹੀਂ ਲਾ ਸਕਦਾ ਜਾਂ ਅੱਗੇ ਨਹੀਂ ਵੱਧ ਸਕਦਾ। ਉਹ ਜ਼ਰੂਰੀ ਹੈ, ਉਹ ਇੱਕ ਮਤਲਬ ਕਿ ਭਾਈਵਾਲੀ ਇਸ ਤਰ੍ਹਾਂ ਦੀ ਬਣੀ ਹੋਈ ਹੈ, ਕਨੈਕਸ਼ਨ ਹੀ ਇਸ ਤਰ੍ਹਾਂ ਦਾ ਆ। ਪਰ ਗੱਲ ਇਹ ਹੈ ਕਿ ਇਹ ਸਵਾਲ ਜਿਹੜਾ ਉੱਠਦਾ ਹੈ ਕਿ ਕੇਂਦਰ ਜਿਹੜਾ ਉਹ ਕਿਤੇ ਪੰਜਾਬ ਤੇ ਕਬਜ਼ਾ ਨਾ ਕਰ ਲੇ, ਜਦੋਂ ਇੰਡਸਟਰੀਅਲ ਪਾਰਕ ਜਾਂ ਕੁਝ ਵੀ ਕੇਂਦਰ ਕੋਈ ਵੀ ਇਹੋ ਜਿਹੀ ਯੋਜਨਾ ਪੰਜਾਬ ਨੂੰ ਦਿੰਦਾ ਹੈ, ਤਾਂ ਸ਼ੱਕ ਦੀ ਨਿਗਾਹ ਨਾਲ ਕਿਉਂ ਦੇਖਿਆ ਜਾਂਦਾ? ਨਹੀਂ, ਉਹ ਲੜਾਈ ਤਾਂ ਅਲੱਗ ਹੈ। ਉਹ ਲੜਾਈ ਇਹ ਹੈ ਕਿ ਕੀ ਸਟੇਟਾਂ ਨੂੰ ਰਾਈਟ ਕਿੰਨੇ ਫੈਡਰਲਿਜ਼ਮ ਦਾ ਸਵਾਲ ਹੈ, ਜਾਂ ਕੇਂਦਰ ਕੋਲ ਜ਼ਿਆਦਾ ਅਧਿਕਾਰ ਨੇ। ਪਹਿਲਾਂ ਹੀ ਸਾਡੇ 1947 ਤੋਂ ਬਾਅਦ ਜਿਹੜਾ ਸੰਵਿਧਾਨ ਬਣਿਆ, ਉਹ ਪਹਿਲਾਂ ਹੀ ਕੇਂਦਰੀਕ੍ਰਿਤ ਹੈ, ਪਹਿਲਾਂ ਹੀ ਕੇਂਦਰ ਕੋਲ ਜ਼ਿਆਦਾ ਪਾਵਰ ਹੈ। ਪਰ ਚਲਦੇ ਚਲਦੇ ਆ 70-75 ਸਾਲਾਂ ਚ ਕੇਂਦਰ ਹੋਰ ਅਧਿਕਾਰ ਲੈ ਗਿਆ ਆਪਣੇ ਕੋਲੇ, ਰਾਜਾਂ ਕੋਲ ਕੁਝ ਬਚਿਆ ਹੀ ਨਹੀਂ। ਜਿਵੇਂ ਆ GST ਦਾ ਮਾਮਲਾ ਹੈ, ਹੁਣ ਇਤਕੀ ਤੋਂ GST 14-15 ਹਜ਼ਾਰ ਕਰੋੜ ਨਹੀਂ ਮਿਲੂਗਾ ਪੰਜਾਬ ਨੂੰ। ਉਹ ਜਿਹੜਾ 5 ਸਾਲ ਦਾ ਇੱਕ ਟੈਨਿਓਰ ਸੀ, 5 ਸਾਲ ਤੱਕ ਇਹ ਸੀ ਵੀ ਜੇ ਤੁਹਾਡਾ ਟੈਕਸ 14% ਨਹੀਂ ਵਧਿਆ ਰੈਵਨਿਊ, ਤਾਂ ਤੁਹਾਨੂੰ ਅਸੀਂ ਦੇਵਾਂਗੇ। ਹੁਣ ਜਦੋਂ ਬੰਦ ਹੋ ਜਾਏਗਾ, ਰਾਜ ਤਾਂ ਦਿਵਾਲੀਏਪਣ ਤੇ ਚਲੇ ਗਏ ਨੇ। ਇੱਕ ਲੜਾਈ ਸਗੋਂ ਇਹ ਹੈ, ਕੇਂਦਰ ਨਹੀਂ ਕੁਛ, ਜਿਹੜੀ ਰਾਜਾਂ ਦੀ ਲੜਾਈ ਇਹ ਹੋਣੀ ਚਾਹੀਦੀ ਹੈ, ਜਿਹੜੀ ਪਹਿਲਾਂ ਕਦੇ ਸਾਡੇ ਹੋਈ ਸੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ, ਜਾਂ ਬਾਕੀ ਸੂਬੇ ਵੀ ਅੱਜ ਕੱਲ ਡਿਮਾਂਡ ਕਰ ਰਹੇ ਨੇ, ਚਾਹੇ ਉਹ ਪੱਛਮੀ ਬੰਗਾਲ ਹੈ, ਚਾਹੇ ਉਹ ਤਾਮਿਲਨਾਡੂ ਹੈ, ਚਾਹੇ ਉਹ ਤੇਲੰਗਾਨਾ ਹੈ। ਉਹ ਸਾਰੇ ਸੂਬੇ ਮੰਗ ਕਰ ਰਹੇ ਨੇ ਕਿ ਫੈਡਰਲ ਸਟਰਕਚਰ ਕਰੋ,
ਰਾਜਾਂ ਨੂੰ ਹੋਰ ਆਰਥਿਕ ਤੇ ਰਾਜਨੀਤਿਕ ਪ੍ਰਸ਼ਾਸਨਿਕ ਅਧਿਕਾਰ ਦਿਓ ਤਾਂ ਕਿ ਉਹ ਆਪਣੇ ਆਪਣੇ ਮਾਹੌਲ ਮੁਤਾਬਕ ਆਪਣੇ ਆਪਣੇ ਇਤਿਹਾਸਕ ਤੇ ਵਿਰਸੇ ਮੁਤਾਬਕ ਚੀਜ਼ਾਂ ਵਿਕਸਿਤ ਕਰ ਸਕਣ। ਕੇਂਦਰ ਉਥੋਂ ਆਪਣੇ ਇੱਕੋ ਤਰੀਕੇ ਦੀ ਗੱਲ ਕਰਦੀ ਹੈ। ਕੇਂਦਰ ਕਹਿੰਦੀ ਹੈ ਵੀ ਇੱਕ ਦੇਸ਼ ਹੈ, ਇੱਕ ਬੋਲੀ ਹੋਊਗੀ, ਇੱਕ ਦੇਸ਼ ਹੈ, ਇੱਕੋ ਤਰ੍ਹਾਂ ਦੀ ਡਿਵੈਲਪਮੈਂਟ ਹੋਏਗੀ, ਇੱਕ ਦੇਸ਼ ਹੈ, ਇੱਕੋ ਤਰ੍ਹਾਂ ਦਾ ਕਾਨੂੰਨ ਉਸ ਲੈਵਲ ਤੇ ਹੋਏਗਾ। ਜਿਹੜਾ ਉਹ ਕਹਿੰਦੇ ਨੇ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹਨੂੰ ਨਜ਼ਰਅੰਦਾਜ਼ ਕਰਨਾ। ਵਿਸ਼ੇਸ਼ਤਾਵਾਂ ਨੂੰ ਨਜ਼ਰਅੰਦਾਜ਼ ਕੋਈ ਵੀ ਸੂਬਾ, ਕੋਈ ਵੀ ਦੇਸ਼ ਕਰੂਗਾ ਤਾਂ ਉਹ ਵੱਖ-ਵੱਖ ਇਲਾਕਿਆਂ ਦੀ ਜਿਹੜਾ ਇੱਕ ਸੰਤੁਲਿਤ ਵਿਕਾਸ ਹੈ ਜਿਹਦੀ ਆਪਾਂ ਗੱਲ ਕਰਦੇ ਆ, ਜਾਂ ਟਿਕਾਊ ਵਿਕਾਸ ਹੈ, ਸਸਟੇਨੇਬਲ ਡਿਵੈਲਪਮੈਂਟ ਹੈ, ਉਹ ਰਸਤੇ ਤੇ ਨਹੀਂ ਤੁਰ ਸਕਦਾ। ਬਿਨਾਂ ਸ਼ੱਕ, ਕਿਉਂਕਿ ਰਾਜਾਂ ਕੋਲ ਪੈਸਾ ਨਹੀਂ, ਇਸ ਲਈ ਕੇਂਦਰ ਤੇ ਨਿਰਭਰ ਨੇ। ਪੈਸਾ ਜਿਹਦੀ ਝੋਲੀ ਦਾਣੇ ਉਹਦੇ ਕਮਲੇ ਵੀ ਸਿਆਣੇ। ਉਹ ਪੈਸਾ ਨਹੀਂ ਦਿੰਦਾ, ਫਿਰ ਇਧਰੋਂ ਰੋਕ ਲੈਂਦਾ, ਮੇਰੀ ਨਹੀਂ ਮੰਨਦੇ ਮੈਂ ਤੁਹਾਡਾ ਪੈਸਾ ਦਿਓ, ਬਾਂਹ ਮਰੋੜ। ਜਿਵੇਂ ਅਸੀਂ ਕਹਿੰਦੇ ਨੇ ਕਿ ਵਰਲਡ ਬੈਂਕ ਤੇ IMF ਦੇਸ਼ਾਂ ਦੀ ਬਾਂਹ ਮਰੋੜਦੇ ਨੇ, ਉਦੋਂ ਕੇਂਦਰ ਦੀ ਸਰਕਾਰ ਉਸੇ ਤਰੀਕੇ ਦੇ ਨਾਲ ਸੂਬਿਆਂ ਦੀ ਬਾਂਹ ਮਰੋੜ। ਜਿਵੇਂ ਸੂਬੇ ਦੀ ਸਰਕਾਰ ਹੇਠਾਂ ਪੰਚਾਇਤਾਂ ਤੇ ਲੋਕਲ ਬਾਡੀਜ਼ ਦੀ ਬਾਂਹ ਮਰੋੜ ਦਿੰਦੀ ਹੈ। ਜਦ ਕਿ ਸਿਸਟਮ ਇਹ ਹੋਣਾ ਚਾਹੀਦਾ ਕਿ ਆਪੋ ਆਪਣੇ ਦਾਇਰੇ ਦੇ ਅਧਿਕਾਰ, ਉਹਨਾਂ ਕੋਲ ਉਹਨਾਂ ਕੁ ਫਾਈਨਾਂਸ, ਇਹ ਸਾਰੇ ਬੰਦੋਬਸਤ ਆਪਣੇ ਅਧਿਕਾਰ ਖੇਤਰ 'ਚ ਰਹਿਣੇ ਚਾਹੀਦੇ ਨੇ, ਤਾਂ ਜਾ ਕੇ ਕੋਈ ਗੱਲ ਉਸ ਪੱਧਰ ਦੇ ਉੱਤੇ ਬਣਦੀ ਹੁੰਦੀ ਹੈ। ਤੇ ਜਿਹੜਾ ਕੇਂਦਰੀਕਰਨ ਹੈ, ਇਹਦੇ ਖਿਲਾਫ ਪੰਜਾਬ ਦਾ ਇੱਕ ਨਜ਼ਰੀਆ ਹੈਗਾ, ਔਰ ਉਹ ਵਾਜਬ ਨਜ਼ਰੀਆ ਹੈ। ਇਦੋਂ ਪਹਿਲਾਂ ਵੀ ਕੇਂਦਰ ਨੇ ਆਜ਼ਾਦੀ ਤੋਂ ਬਾਅਦ ਇੱਕ ਸਰਕਾਰੀਆ ਕਮਿਸ਼ਨ, ਇੱਕ ਪੁੰਛੀ ਕਮਿਸ਼ਨ, 2 ਕਮਿਸ਼ਨ ਬਣਾਏ ਸੀਗੇ। ਉਹ ਵੀ ਜੱਦੋ-ਜਹਿਦਾਂ ਤੋਂ ਬਾਅਦ ਕਿ ਕੇਂਦਰ ਤੇ ਰਾਜਾਂ ਦੇ ਸੰਬੰਧਾਂ ਨੂੰ ਮੁੜ ਕੇ ਵਿਚਾਰਿਆ ਜਾਵੇ। ਉਹਨਾਂ ਦੀਆਂ ਵੀ ਕਿੰਨੀ ਰਿਕਮੈਂਡੇਸ਼ਨ ਜਿਹੋ ਜਿਹੀਆਂ ਪਈਆਂ ਨੇ ਜਿਹੜੀਆਂ ਤੁਸੀਂ ਲਾਗੂ ਨਹੀਂ ਕਰ ਰਹੇ, ਤਾਂ ਕਮਿਸ਼ਨ ਬਣਾਉਣ ਦਾ ਫਾਇਦਾ ਕੀ ਹੈ ਜੇਕਰ ਤੁਸੀਂ ਉਹਨਾਂ ਨੂੰ ਮਤਲਬ ਦੇਖਣਾ ਹੀ ਨਹੀਂ, ਜਾਂ ਉਹ ਠੰਡੇ ਬਸਤੇ 'ਚ ਪਏ ਨੇ, ਉਹਨਾਂ ਤੇ ਅਮਲ ਨਹੀਂ ਕਰਨਾ ਤਾਂ। ਇੱਕ ਇਹ ਵੀ ਸਵਾਲ ਖੜਾ ਹੁੰਦਾ ਨਾ ਕਿ ਜੇ ਇਸੇ ਤਰ੍ਹਾਂ ਪ੍ਰੋਜੈਕਟਾਂ ਦੇ ਵਿਰੋਧ ਹੁੰਦੇ ਰਹੇ ਤਾਂ ਵਪਾਰੀ ਕਿਵੇਂ ਮੂੰਹ ਕਰਨਗੇ ਪੰਜਾਬ ਦੇ ਵੱਲ? ਪੰਜਾਬ ਦੀ ਆਰਥਿਕਤਾ ਨੂੰ ਹੁੰਗਾਰਾ ਕਿੱਦਾਂ ਮਿਲੇਗਾ? ਕਿਉਂਕਿ ਉਹ ਇਸ ਗੱਲ ਤੋਂ ਡਰਦੇ ਨੇ ਕਿ ਇਹਨਾਂ ਦਾ ਕੋਈ ਪਤਾ ਨਹੀਂ ਪੰਜਾਬੀਆਂ ਦਾ, ਕਿ ਆਪਸ ਵਿੱਚ ਹੀ ਲੜ ਭਿੜ ਕੇ ਮੁੜ ਕੇ ਸਾਨੂੰ ਜਿਹੜਾ ਉਹ ਪੰਜਾਬ ਦੇ ਵਿੱਚ ਟਿਕਣ ਨਾ ਦੇਣ। ਜਿਵੇਂ ਕਦੇ ਕਿਸਾਨੀ ਅੰਦੋਲਨ ਸ਼ੁਰੂ ਹੋ ਜਾਂਦਾ, ਕਦੇ ਟੋਲ ਟੈਕਸ ਰੁਕ ਜਾਂਦੇ ਨੇ, ਬਹੁਤ ਕੁਝ ਇਹੋ ਜਿਹਾ ਜਿਹੜਾ ਮਤਲਬ ਕਿ ਵਪਾਰੀਆਂ ਨੂੰ ਡਰਾਉਂਦਾ ਆ ਕਿ ਪੰਜਾਬ 'ਚ ਨਿਵੇਸ਼ ਕਿੱਦਾਂ ਕੀਤਾ ਜਾਏ। ਨਹੀਂ, ਇਹ ਜਿਹੜਾ ਸੈਂਟੀਮੈਂਟ ਹੈ, ਇਹ ਬਹੁਤ ਹੀ ਖਤਰਨਾਕ ਸੈਂਟੀਮੈਂਟ ਉਭਾਰਿਆ ਜਾ ਰਿਹਾ ਵੀ ਜੇ ਕੋਈ ਬੋਲਣਗੇ ਲੋਕ, ਉੱਥੇ ਪੂੰਜੀ ਨਹੀਂ ਆਉਣੀ ਜੀ। ਰੋਜ਼ ਕਤਲ ਕਰਾਈ ਜਾਓ, ਖਾਮੋਸ਼ ਲੋਕ, ਬਿਮਾਰ ਮਾਨਸਿਕਤਾ ਦੇ ਲੋਕ ਰੱਖੋ ਸਟੇਟ ਦੇ ਵਿੱਚ, ਫਿਰ ਵਪਾਰ ਬਹੁਤ ਫੁੱਲੂਗਾ। 4 ਵਪਾਰੀਆਂ ਦੇ ਵਧਣ ਫੁੱਲਣ ਨਾਲ ਸਮਾਜ ਮਾਰ ਦੇਣਾ, ਸਮਾਜ ਦੀ ਡੈਮੋਕ੍ਰੇਟਿਕ ਲਿਆਕਤ ਮਾਰ ਦੇਣੀ ਹੈ। ਜੋ ਉਹਨੂੰ ਸਮਝ ਆਉਂਦਾ ਉਹਦੀ ਕਹਿਣ ਦੀ ਜ਼ੁਬਾਨ ਚੁੱਪ ਕਰਾ ਦੇਣੀ ਹੈ। ਇਹ ਸਾਰਾ ਹੀ ਇੱਕ ਅਲੱਗ ਟਾਈਪ ਦਾ ਮਾਹੌਲ। ਤੁਹਾਡੇ ਕੋਲੋਂ ਨਾ ਲਾਅ ਐਂਡ ਆਰਡਰ ਸੁਧਰੇ, ਨਾ ਤੁਹਾਡੇ ਕੋਲੋਂ ਬਾਕੀ ਦੀਆਂ ਚੀਜ਼ਾਂ ਕੋਈ ਹੱਲ ਹੋਣ, ਤੁਸੀਂ ਪਾਲਿਸੀ ਲੈਵਲ ਤੇ ਕੋਈ ਫੈਸਲੇ ਨਾ ਲਵੋ। ਕੇਵਲ ਜਿਹੜੇ ਲੋਕ ਦੇਖਦੇ ਨੇ ਜਾਂ ਬੋਲਦੇ ਨੇ, ਔਰ ਪੰਜਾਬ ਦੇ ਅੰਦੋਲਨ ਨੂੰ ਤਾਂ ਦੁਨੀਆ ਦੇ ਲੋਕ ਸਲਾਮ ਕਰਦੇ ਨੇ, ਜਿਹੜਾ ਕਿਸਾਨ ਅੰਦੋਲਨ ਹੈ, ਕਿ ਸਾਡੀਆਂ ਜ਼ਮੀਨਾਂ ਚਲੀਆਂ ਗਈਆਂ, ਜੇ ਸਾਡੇ 'ਚ ਇੰਨਾ ਦਮ ਹੁੰਦਾ ਤਾਂ ਅਸੀਂ ਲੜਦੇ, ਘੱਟੋ ਘੱਟ ਇੱਥੇ ਨਹੀਂ ਸੀ ਪਹੁੰਚਦੇ। ਜਿਹੜੇ ਡਿਵੈਲਪਮੈਂਟ ਦੇ ਆਧਾਰ ਤੇ ਕਹਿੰਦੇ ਨੇ ਨਿਵੇਸ਼ ਹੋਊਗਾ, ਵਿਕਾਸ ਹੋਊਗਾ, ਰੁਜ਼ਗਾਰ ਮਿਲੂਗਾ, ਤਾਂ ਪੰਜਾਬ ਉੱਜੜ ਕਿਉਂ ਰਿਹਾ? ਫਿਰ ਰੁਜ਼ਗਾਰ ਮਿਲ ਜਾਂਦਾ, ਬਾਕੀ ਦੇਸ਼ ਕਿਉਂ ਉੱਜੜ ਰਿਹਾ, ਭੁੱਖਾ ਕਿਉਂ ਮਰ ਰਿਹਾ? 75 ਸਾਲਾਂ 'ਚ ਆਜ਼ਾਦੀ ਤੋਂ ਬਾਅਦ 80 ਕਰੋੜ ਲੋਕਾਂ ਨੂੰ ਮੁਫਤ ਅਨਾਜ, ਆਟਾ, ਦਾਲ ਕਿਉਂ ਦੇਣਾ ਪੈ ਰਿਹਾ ਤੁਹਾਨੂੰ? ਤੁਸੀਂ ਬਾਕੀ ਜਿਹੜੇ ਕੋਈ ਸਟੇਟ ਜਿਹੜੀ ਹੈ ਉਹ ਦੱਸ ਦੇਣਾ ਕਿ ਮੇਰੀ ਸਟੇਟ 'ਚ ਤਾਂ ਨਹੀਂ ਦੇਣਾ ਪੈ ਰਿਹਾ। ਅਸੀਂ ਕਿਉਂਕਿ ਵਿਰੋਧ ਨਹੀਂ ਕੀਤਾ, ਅਸੀਂ ਕਿਉਂਕਿ ਅੰਦੋਲਨ ਨਹੀਂ ਕੀਤਾ। ਜਿਹੜੇ ਬਹੁਤ ਖਾਮੋਸ਼ ਸਟੇਟਾਂ ਨੇ ਉਹ ਦੱਸ ਦਿਓ। ਪੰਜਾਬ 'ਚ ਤਾਂ ਉਦੋਂ ਘੱਟ ਨੂੰ ਦੇਣਾ ਪੈ ਰਿਹਾ ਦੂਜਿਆਂ ਨਾਲੋਂ। ਇਸ ਕਰਕੇ ਇਹ ਬਿਰਤਾਂਤ ਹੈ ਜਿਹੜਾ ਫਾਇਦੇ ਲੈਣ ਲਈ ਕੁਝ ਗਿਣੇ ਚੁਣੇ ਇੰਡਸਟਰੀਅਲਿਸਟ ਜਾਂ ਵਪਾਰੀਆਂ ਦੇ ਪੱਖ ਦੇ ਵਿੱਚ ਜਾਣ ਵਾਲਾ ਇੱਕ ਬਿਰਤਾਂਤ ਸਿਰਜ ਦੋ, ਤੇ ਉਹ ਬਿਰਤਾਂਤ ਡਰਾ ਕੇ ਰੱਖੇ ਦੂਜੇ ਲੋਕਾਂ ਨੂੰ। ਤੇ ਇਸ ਲਈ ਜੇ ਜਸਟਿਸ ਦੀ, ਇਨਸਾਫ ਦੀ ਕੋਈ ਉਮੀਦ ਹੈ, ਡਿਮਾਂਡ ਹੈ ਕਿ ਨਹੀਂ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਲਾਉਣਾ ਚਾਹੀਦਾ, ਪਰ ਉਹਦੇ ਤੇ ਇੰਨੇ ਰੁਜ਼ਗਾਰ ਚਾਹੀਦਾ, ਰੁਜ਼ਗਾਰ ਵਾਲੇ ਬੰਦਿਆਂ ਨੂੰ ਇੰਨੀ ਤਨਖਾਹਾਂ ਚਾਹੀਦੀਆਂ ਨੇ ਜਿਹਦੇ ਨਾਲ ਉਹ ਆਪਣੀ ਜ਼ਿੰਦਗੀ ਜਿਉ ਸਕਣ, ਤੇ ਬਾਕੀ ਦੀਆਂ ਚੀਜ਼ਾਂ ਚਾਹੀਦੀਆਂ। ਤੇ ਜੇ ਉਸੇ ਪੈਟਰਨ ਤੇ ਉਨੀਆਂ ਸੈਲਰੀਆਂ ਦੇ ਕੇ, ਤਨਖਾਹਾਂ ਦੇ ਕੇ ਉਹ ਯੂਰਪ ਦੇ ਵਿੱਚ ਜਾਂ ਬਾਕੀ ਜਗ੍ਹਾ ਲਾਉਂਦੇ ਨੇ ਜਿੱਥੇ ਠੀਕ ਠਾਕ ਤਨਖਾਹਾਂ ਵੀ ਮਿਲਦੀਆਂ ਨੇ ਬਾਕੀ ਹੈ, ਤਾਂ ਇੱਥੇ ਕਿਉਂ ਨਹੀਂ ਲਾ ਸਕਦੇ? ਇੱਥੇ ਕਿਉਂ ਬਿਨਾਂ ਮਤਲਬ ਸਾਰਾ ਕਾਨੂੰਨ ਕਿਸੇ ਇੱਕ ਧਿਰ ਦੇ ਹੱਕ 'ਚ ਭੁਗਤਦਾ ਦਿਖਾਈ ਦੇਊਗਾ? ਜਦ ਤੱਕ ਕੋਈ ਸਟੇਟ ਮਾਡਲ ਦਿਖਾ ਦੇ ਕਿ ਆਹ ਮਾਡਲ ਸਟੇਟ ਹੈ, ਇਹਨੇ ਕੋਈ ਵਿਰੋਧ ਨਹੀਂ ਕੀਤਾ, ਜਿੰਨੇ ਦਿੰਦੇ ਨੇ ਉਨੇ ਹੀ ਲੈ ਲੈਂਦੇ ਨੇ, ਖਾਮੋਸ਼ ਨੇ, ਤੇ ਇਹ ਤਰੱਕੀ ਕਰਨੀ ਕੋਈ ਨਹੀਂ, ਬਲਕਿ ਤਰੱਕੀ ਯਾਫਤਾ ਸਟੇਟਾਂ ਹੀ ਮਾੜੀਆਂ ਮੋਟੀਆਂ ਬੋਲਦੀਆਂ ਨੇ, ਦੂਜੀਆਂ ਸਟੇਟਾਂ ਤਾਂ ਬੋਲ ਹੀ ਨਹੀਂ ਸਕਦੀਆਂ, ਕਿਉਂਕਿ ਉਹਦੀ ਤਾਂ ਰੋਜੀ ਰੋਟੀ ਦੀ ਪ੍ਰੋਬਲਮ ਹੀ ਹੱਲ ਨਹੀਂ ਹੋ ਰਹੀ। ਵਿਚਾਰੇ ਗਰੀਬੀ ਇੰਨੀ ਹੈ, ਤੇ ਨਾ ਜਾਗਰੂਕਤਾ ਹੈ, ਨਾ ਪੋਲੀਟੀਕਲ ਸਿਆਣਪ ਉਸ ਲੈਵਲ ਦੀ ਆਉਂਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿ ਇਹਨੂੰ ਔਨ ਦੀ ਹੋਰ ਸਮਾਜ 'ਚ ਵਿਚਾਰ ਕਰਕੇ
ਇੱਕ ਲੈਵਲ ਦੀ ਗੱਲ ਕਰਨੀ ਚਾਹੀਦੀ ਹੈ। ਮੁਨਾਫਾ ਜਿਹੜਾ ਹੈ ਉਹ ਦੁਨੀਆ ਪੱਧਰ ਤੇ ਹੁਣ ਮੰਨਿਆ ਜਾਣ ਲੱਗ ਗਿਆ ਕਿ ਮੁਨਾਫਾ ਜਿਹੜਾ ਕੁਝ ਹੱਥਾਂ ਦੇ ਵਿੱਚ ਕੇਂਦਰਿਤ ਹੋਣ ਦਾ ਮਤਲਬ ਇਹ ਹੈ ਕਿ ਦੁਨੀਆ ਦੇ ਵੱਡੇ ਹਿੱਸੇ ਨੂੰ ਭੁੱਖਾ ਮਾਰਨਾ, ਉਹਨੂੰ ਗਰੀਬ ਰੱਖਣਾ, ਉਹਦੀਆਂ ਸਾਰੀਆਂ ਲੋੜਾਂ ਤੋਂ ਉਹਨੂੰ ਵਾਂਝਾ ਰੱਖ ਦੇਣਾ। ਇਹ ਜਿਹੜਾ ਤਰੀਕਾਕਾਰ ਹੈ, ਜਿਹੜਾ ਮਾਨਵਤਾ ਨਾ ਮਨੁੱਖਤਾਵਾਦੀ ਹੈ, ਨਾ ਸਰਬੱਤ ਦੇ ਭਲੇ ਵਾਲਾ, ਨਾ ਸਭ ਨੂੰ ਕੋਲਾ ਵਿੱਚ ਲੈਣਾ। ਜੀ ਹਮੀਰ ਸਿੰਘ ਜੀ, ਜਦੋਂ ਤੁਸੀਂ ਜ਼ਮੀਨਾਂ ਨਾਲ ਜੁੜੇ ਅਣਸੁਲਝੇ ਸਵਾਲਾਂ ਦੀ ਗੱਲ ਕਰਦੇ ਹੋ, ਤੁਹਾਡਾ ਜਿਹੜਾ ਆਰਟੀਕਲ ਪੰਜਾਬੀ ਟ੍ਰਿਬਿਊਨ ਛਪਿਆ ਸੀ ਉਹਦੇ ਉੱਤੇ ਵੀ ਚਰਚਾ ਜਿਹੜੀ ਆ ਅੱਗੇ ਤੁਰਦੀ ਆ ਕਿ ਤੁਸੀਂ ਕਹਿੰਦੇ ਹੋ ਕਿ ਜੰਗਲਾਤ ਖੇਤਰ ਦੇ ਹੇਠਾਂ ਰਕਬਾ ਵਧਾਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੇ ਵੀ ਪਹਿਲ ਕਰ ਦਿੱਤੀ ਹੈ, ਪਰ ਸਰਕਾਰ ਤੇ ਨਜ਼ਰ ਹੈ ਕਿ ਸਰਕਾਰ ਹੁਣ ਇਸ ਨੂੰ ਕਿਸ ਪਾਸੇ ਵੱਲ ਤੋਰੇਗੀ। ਕੀ ਉਹ ਜਿਵੇਂ ਜੰਗਲਾਂ ਦੀ ਤੁਸੀਂ ਗੱਲ ਕਰਦੇ ਹੋ, ਕੀ ਉਹਨਾਂ ਜੰਗਲਾਂ ਦੇ ਵਿੱਚ ਉਹਨਾਂ ਬੂਟੀਆਂ ਦੀ ਗੱਲ ਨਹੀਂ ਹੋ ਸਕਦੀ ਜਿਹੜੀਆਂ ਬਾਬਾ ਰਾਮਦੇਵ ਵਰਗੇ ਵਰਤਦੇ ਨੇ, ਤਾਂ ਕਿ ਉਹ ਵੀ ਇੱਕ ਵਪਾਰ ਦਾ ਕੇਂਦਰ ਬਣ ਜਾਣਗੇ। ਜਦੋਂ ਜੰਗਲਾਤ ਫੈਲੇਗਾ ਉਹਦੇ ਵਿੱਚ ਉਹੋ ਜਿਹੇ ਬੂਟੀਆਂ ਲਾਈਆਂ ਜਾਣਗੀਆਂ। ਤੇ ਜੰਗਲਾਤ ਸਭ ਤੋਂ ਪਹਿਲੀ ਗੱਲ ਚਾਹੀਦਾ ਹੈ ਮਨੁੱਖੀ ਹੋਂਦ, ਕਿਉਂਕਿ ਜਲ, ਜੰਗਲ ਤੇ ਜ਼ਮੀਨ, ਇਹ ਤਿੰਨੇ ਚੀਜ਼ਾਂ ਜੁੜੀਆਂ ਹੋਈਆਂ ਨੇ। ਇਹਦੇ ਨਾਲ ਹੀ ਸਾਰੀ ਕਾਇਨਾਤ ਹੈ, ਇਹਦੇ ਨਾਲ ਹੀ ਸਾਰਾ ਜੈਵਿਕ ਲਾਈਫ ਹੈ। ਇਹਦੇ ਤੋਂ ਬਿਨਾਂ ਤਾਂ ਜ਼ਿੰਦਗੀ ਹੈ ਨਹੀਂ। ਤੇ ਦੂਜੀ ਗੱਲ ਇਹ ਹੈ ਕਿ ਪੰਜਾਬ ਕੋਲ ਪਹਿਲੇ 6% ਤੋਂ ਵੀ ਘੱਟ ਜੰਗਲ ਹੈ। ਨਾਰਮਲੀ ਇਹ ਕਿਹਾ ਜਾਂਦਾ ਕਿ 33% ਜੰਗਲ ਚਾਹੀਦਾ। ਇਹ ਠੀਕ ਹੈ ਕਿ ਸਾਡੇ ਖੇਤੀਯੋਗ ਜ਼ਿਆਦਾ ਜ਼ਮੀਨ ਹੈ, ਸਾਡੇ ਉਡਾ ਜੰਗਲ ਨਹੀਂ ਹੋ ਸਕਦਾ। ਪਰ ਸਵਾਲ ਮੇਰਾ ਜ਼ਮੀਨ ਨਾਲ ਅਣਸੁਲਝੇ ਸਵਾਲਾਂ ਦਾ ਮਤਲਬ ਇਹ ਹੈ ਕਿ ਜ਼ਮੀਨ ਤੁਸੀਂ ਹੁਣ ਪੰਚਾਇਤਾਂ ਤੇ ਸਾਂਝੀਆਂ ਜ਼ਮੀਨਾਂ ਤੇ ਅੱਖ ਰੱਖ ਲਈ। ਸਾਂਝੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਲੋਕਾਂ ਦੇ, ਪਿੰਡਾਂ ਦੇ, ਚੌਗਿਰਦੇ ਦੇ ਵਿਕਾਸ ਵਾਸਤੇ ਨੇ। ਉਹ ਸਰਕਾਰਾਂ ਦੀ ਜ਼ਬਰਦਸਤੀ ਪੰਚਾਇਤਾਂ ਤੋਂ ਮਤੇ ਪਵਾ ਕੇ ਕਿਸੇ ਪ੍ਰਾਈਵੇਟ ਘਰਾਣਿਆਂ ਨੂੰ ਜਾਂ ਆਪ ਲੈਣ ਦੇ ਲਈ ਨਹੀਂ ਹੈਗੀ। ਔਰ ਜੇ ਜ਼ਮੀਨ ਐਕਵਾਇਰ ਕਰਨੀ ਹੈ ਤਾਂ ਦੇਸ਼ ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ। ਜੇ ਤੁਹਾਨੂੰ ਬਹੁਤ ਜ਼ਰੂਰੀ ਲੱਗਦਾ ਹੈ ਕਿ ਇੱਥੇ ਇੰਡਸਟਰੀ ਜ਼ਰੂਰੀ ਹੈ, ਸਰਕਾਰੀ ਪੱਖ ਤੋਂ ਜਾਂ ਬਾਕੀ ਦੇ ਪੱਖ ਤੋਂ ਜਾਂ ਪ੍ਰਾਈਵੇਟ ਪੱਖ ਤੋਂ, ਤਾਂ ਤੁਸੀਂ 2013 ਦਾ ਜਿਹੜਾ ਲੈਂਡ ਐਕੁਜੀਸ਼ਨ ਐਕਟ ਹੈ ਉਹਦੇ ਤਹਿਤ ਜ਼ਮੀਨਾਂ ਐਕਵਾਇਰ ਕਰ ਸਕਦੇ ਹੋ। ਉਹ ਜ਼ਮੀਨ ਕੀ ਹੈ, ਉਹਦੇ 'ਚ ਇੱਕ ਤਾਂ ਮਾਰਕੀਟ ਰੇਟ ਤੈਅ ਕੀਤਾ ਜਾਂਦਾ, ਉਹਦਾ 4 ਗੁਣਾ ਦੇਣਾ ਪੈਂਦਾ ਕਿਉਂਕਿ ਤੁਸੀਂ ਲੋਕਾਂ ਦੀ ਇੱਛਾ ਦੇ ਮੁਤਾਬਕ, ਇੱਛਾ ਦੇ ਖਿਲਾਫ ਲੈ ਰਹੇ ਹੋ। ਦੂਜੀ ਗੱਲ, ਉਹ 'ਚ 2 ਧਾਰਾਵਾਂ ਪਾਈਆਂ ਹੋਈਆਂ ਨੇ ਜਿਹੜੀਆਂ ਬਹੁਤ ਲੋਕਾਂ ਦੇ ਪੱਖ ਦੀਆਂ ਨੇ ਤੇ ਹੋ ਸਕਦਾ ਕਾਰਪੋਰੇਟ ਦੇ ਪੱਖ ਦੀਆਂ ਨਾ ਹੋਣ। ਪਹਿਲੀ ਗੱਲ ਇਹ ਹੈ ਸੋਸ਼ਲ ਇੰਪੈਕਟ ਅਸੈਸਮੈਂਟ, ਸਮਾਜਿਕ ਪ੍ਰਭਾਵ। ਕਿਸੇ ਇੱਕ ਪਿੰਡ ਦੀ, ਜਿਵੇਂ ਹੁਣ ਜਿਹੜੀ ਮੱਤੇਵਾੜਾ ਨੇੜੇ ਹੈ, ਸੇਖੋਵਾਲਾ ਪਿੰਡ ਹੈ, ਉਹਦੀ ਸਾਰੀ ਦੀ ਸਾਰੀ ਜ਼ਮੀਨ ਚਲੀ ਗਈ ਸੀ ਟੋਟਲ। ਤੇ ਜਿੰਨੀ ਅੱਧੀ ਚਲੀ ਜਾਏ ਜਾਂ ਜ਼ਿਆਦਾ ਚਲੀ ਜਾਏ, ਜਿਹੜੇ ਇੱਕ ਪਿੰਡ ਦੀ ਜ਼ਮੀਨ ਜਾਂਦੀ ਹੈ ਜਾਂ ਸ਼ਹਿਰ ਦੀ ਜਾਂਦੀ ਹੈ ਜਿਹੜੀ ਤੁਸੀਂ ਲੈਣਾ ਚਾਹੁੰਦੇ ਹੋ, ਉਹਦੇ ਨਾਲ ਜ਼ਮੀਨ ਵਾਲੇ ਨੂੰ ਤਾਂ ਤੁਸੀਂ, ਚਾਹੇ ਪੰਚਾਇਤ ਦੀ ਆ, ਉਹਦੇ ਖਾਤੇ 'ਚ ਕੁਝ ਪੈਸੇ ਆ ਜਾਣਗੇ, ਜਾਂ ਬੰਦਾ ਜਿਹਦੀ ਜ਼ਮੀਨ ਮਾਲਕ ਹੈ ਉਹਨੂੰ ਵੀ ਕੁਝ ਪੈਸੇ ਮਿਲ ਜਾਣਗੇ। ਪਰ ਉਹਦਾ ਜਿਹੜੇ ਬੇਜ਼ਮੀਨੇ ਬੰਦੇ ਨੇ, ਕਿਸੇ ਦਾ ਉਹਦੇ ਆਧਾਰ ਤੇ ਬਿਜ਼ਨਸ ਚੱਲਦਾ ਹੈ, ਕਿਸੇ ਦਾ ਉਹਦੇ ਆਧਾਰ ਤੇ ਦੁਕਾਨ ਚੱਲਦੀ ਹੈ, ਕਿਸੇ ਦੀ ਉਹਦੇ ਆਧਾਰ ਤੇ ਦਿਹਾੜੀ ਚੱਲਦੀ ਹੈ, ਉਹਨਾਂ ਤੇ ਕੀ ਅਸਰ ਪੈਣਾ, ਉਹ ਅਸੈਸਮੈਂਟ ਹੁੰਦੀ ਹੈ। ਫਿਰ ਉਹ ਅਸੈਸਮੈਂਟ ਮੁਤਾਬਕ ਉਹਨਾਂ ਨੂੰ ਵੀ ਮੁਆਵਜ਼ਾ ਮਿਲਦਾ, ਜਿਨ੍ਹਾਂ ਦੇ ਜ਼ਮੀਨ ਤੇ ਮਾਲਕੀ ਦਾ ਹੱਕ ਭਾਵੇਂ ਨਹੀਂ ਹੈ ਪਰ ਉਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਉਹਦੇ ਨਾਲ, ਉਹਨਾਂ ਨੂੰ ਮੁਆਵਜ਼ਾ ਮਿਲਣਾ। ਇਹ ਸਾਡਾ 2013 ਦਾ ਕਾਨੂੰਨ ਕਹਿੰਦਾ। ਤੇ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਲੈਣੀ ਹੈ, ਸਰਕਾਰ ਕਹਿੰਦੀ ਹੈ ਅੱਧਾ ਮੇਰਾ ਹਿੱਸਾ ਅੱਧਾ ਪ੍ਰਾਈਵੇਟ ਦਾ, ਤਾਂ ਪਿੰਡ ਦੇ 70% ਵੋਟਰਾਂ ਤੋਂ ਪੁੱਛਣਾ ਜ਼ਰੂਰੀ ਹੈ, ਗ੍ਰਾਮ ਸਭਾ ਤੋਂ। ਤੇ ਜੇ ਪ੍ਰਾਈਵੇਟ ਨੂੰ ਦੇਣੀ ਹੈ ਫਿਰ ਪਿੰਡ ਦੇ 80% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ। ਇਹ ਸਾਡੇ ਹੀ ਦੇਸ਼ ਦਾ ਬਣਾਇਆ ਕਾਨੂੰਨ ਹੈ। ਤਾਂ ਤੁਸੀਂ ਚੋਰ ਮੋਰੀ ਰਹੀ ਜ਼ਮੀਨਾਂ ਕਿਉਂ ਲੁੱਟਦੇ ਹੋ? ਤੁਸੀਂ ਉਹ ਕਾਨੂੰਨ ਦੇ ਮੁਤਾਬਕ ਨੋਟੀਫਾਈ ਕਰੋ, ਲੋਕਾਂ ਨੂੰ ਕਹੋ ਇਹ ਚੀਜ਼ਾਂ ਲੋਕਾਂ ਦੇ ਸਾਹਮਣੇ ਲਿਆਓ, ਜਿਹੜਾ ਲੋਕਾਂ ਦਾ ਹੱਕ ਬਣਦਾ ਉਹਨਾਂ ਨੂੰ ਦਿਓ। ਇਹਦੇ ਨਾਲ ਹੀ ਸ਼ਾਮਲਾਟ ਜ਼ਮੀਨ ਦਾ ਜੁੜਿਆ ਮਾਮਲਾ ਹੈ, ਜਿਹਦੇ 'ਚ ਪੰਚਾਇਤੀ ਰਾਜ ਕਾਨੂੰਨ 1994 ਤੇ ਵਿਲੇਜ ਕਾਮਨ ਲੈਂਡ ਐਕਟ 1961, ਇਹਦੇ ਤਹਿਤ ਜੇ ਪੰਚਾਇਤੀ ਜ਼ਮੀਨ ਲੈਣੀ ਹੈ ਤਾਂ ਵੈਸੇ ਪਿੰਡ ਦੀ ਵਿਰਾਸਤ ਹੈ, ਕਿਸੇ ਨੂੰ ਵੀ ਇਹਨੂੰ ਵੇਚਣ ਦਾ ਹੱਕ ਨਹੀਂ ਹੈ। ਔਰ ਉਦੋਂ ਬਾਅਦ ਜੇ ਕਿਸੇ ਨੇ ਬਹੁਤ ਜ਼ਰੂਰੀ ਲਈ ਲੈਣੀ ਵੀ ਹੈ ਤਾਂ ਪਿੰਡ ਦੀ ਗ੍ਰਾਮ ਸਭਾ ਦੀ ਅਪਰੂਵਲ ਤੋਂ ਬਿਨਾਂ ਨਹੀਂ ਲੈਣੀ ਚਾਹੀਦੀ। ਪਰ ਟੈਕਨੀਕਲੀ ਇਹਦੇ 'ਚ ਲਕੂਨਾ ਜਿਹਨੂੰ ਵਰਤ ਲੈਂਦੇ ਨੇ ਉਹ ਇਹ ਹੈ ਵੀ ਜੇ ਗ੍ਰਾਮ ਸਭਾ ਨਹੀਂ ਤਾਂ ਪੰਚਾਇਤ ਮਤਾ ਪਾ ਦੇ ਤਾਂ ਵੀ ਉਹ ਜ਼ਮੀਨ ਚਲੀ ਜਾਂਦੀ ਹੈ ਜਿੱਥੇ ਵੀ ਲਿਜਾਣੀ ਹੈ। ਆ ਮੱਤੇਵਾੜੇ ਵਾਲੇ ਤੇ ਵੀ ਰਾਤ ਨੂੰ 7 ਵਜੇ ਤਹਿਸੀਲਦਾਰ ਦਾ ਦਫ਼ਤਰ, ਅਨਪੜ੍ਹ ਵਿਚਾਰੀ ਸਰਪੰਚ ਸੀ, 2 ਨੂੰ ਲੈ ਗਏ ਵੀ ਤੁਹਾਡੇ ਪਾਰਕ ਬਣਾਉਣਾ। ਉਹ ਸਰਪੰਚ ਤਾਂ ਇਹ ਕਹਿਣਗੇ ਵੀ ਸਾਡੇ ਪਾਰਕ ਬਣਾਉਣਗੇ, ਇਹਦਾ ਮਤਲਬ ਹਰਿਆ ਭਰਿਆ ਜਿਹੜਾ ਆਮ ਹੁੰਦਾ ਨਾ, ਸਾਡੇ ਆਮ ਬੰਦਾ ਪਾਰਕ ਦੇਖਦਾ ਚੰਡੀਗੜ੍ਹ ਦਾ, ਇੱਕ ਅੱਧੀ ਵਾਰੀ ਦੇਖ ਕੇ ਚਲਾ ਜਾਂਦਾ ਸੈਰ ਵਾਲਾ, ਉਹਨੂੰ ਥੋੜੀ ਪਤਾ ਹੈ। ਉਹਨਾਂ ਤੋਂ ਤੁਸੀਂ ਦਸਤਖਤ ਕਰਾ ਲਿਆ ਤੇ ਗ੍ਰਾਮ ਸਭਾ ਬਣਾਉਣ ਨਹੀਂ ਦਿੱਤੀ। ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਜਦੋਜਹਿਦ ਕਰਨੀ ਚਾਹੀਦੀ ਹੈ ਕਿ ਪੰਚਾਇਤੀ ਰਾਜ 1994 ਤੇ ਵਿਲੇਜ ਕਾਮਨ ਲੈਂਡ ਐਕਟ 61 'ਚ ਇੱਕ ਸੋਧ ਕੀਤੀ ਜਾਵੇ
ਪੰਚਾਇਤ ਦੇ ਮਤੇ ਨਾਲ ਉਹ ਜ਼ਮੀਨ ਟ੍ਰਾਂਸਫਰ ਨਹੀਂ ਹੋਣੀ ਚਾਹੀਦੀ, ਗ੍ਰਾਮ ਸਭਾ ਦੇ ਮਤੇ ਨਾਲ ਹੋਣੀ ਚਾਹੀਦੀ ਹੈ। ਜੇ ਕਰਨੀ ਵੀ ਹੈ, ਜੇ ਦੇਣੀ ਵੀ ਹੈ ਕਿਸੇ ਨੂੰ, ਗ੍ਰਾਮ ਸਭਾ ਦਾ ਉਹੀ 80% ਦਾ ਕੰਸੈਂਟ ਜਿਹੜਾ ਲੈਂਡ ਐਕੁਜੀਸ਼ਨ ਐਕਟ ਦੇ ਵਿੱਚ ਧਾਰਾ ਰੱਖੀ ਹੈ, ਉਹ ਧਾਰਾ ਸਾਡੀ ਪੰਚਾਇਤੀ ਕਾਨੂੰਨ ਤੇ ਸ਼ਾਮਲਾਟ ਜ਼ਮੀਨ ਦੇ ਵਿੱਚ ਵੀ ਪਾ ਦੇਣੀ ਚਾਹੀਦੀ ਹੈ। ਇਕੱਲੀ ਕੱਲੀ ਲੜਾਈ ਲੜਨ ਦੀ ਬਜਾਏ ਇੱਕੋ ਵਾਰ ਸਾਂਝੀ ਲੜਾਈ ਲੜੀ ਜਾਵੇ ਤਾਂ ਕਿ ਵਾਰ-ਵਾਰ ਲੋਕਾਂ ਨੂੰ ਟਾਈਮ ਖਰਾਬ ਨਾ ਕਰਨਾ ਪਵੇ। ਜੀ, ਆਖਰੀ ਸਵਾਲ ਜਿਹੜਾ ਮੀਰ ਸਿੰਘ ਜੀ ਇਹਦੇ ਨਾਲ ਜੁੜਦਾ ਹੈ ਕਿ ਤੁਸੀਂ ਗੱਲ ਕਰਦੇ ਹੋ ਕਿ ਕੇਂਦਰ ਦੇ ਵੱਲੋਂ ਜੰਗਲਾਤ ਖੇਤਰ ਨੂੰ ਲੈ ਕੇ ਜਿਹੜੇ ਨਵੇਂ ਨਿਯਮ ਬਣਾਏ ਗਏ ਨੇ ਉਹਦੇ ਤਹਿਤ ਵੀ ਕਾਫੀ ਰੌਲਾ ਰੱਪਾ, ਨਾਲ ਤੁਸੀਂ ਇਹ ਵੀ ਗੱਲ ਕੀਤੀ ਹੈ ਆਪਣੇ ਆਰਟੀਕਲ 'ਚ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਜੰਗਲ ਜਿਹੜੇ ਉਹ ਬਣਾਏ ਜਾਣ। ਹਾਂ ਬਿਲਕੁਲ, ਮੈਨੂੰ ਇਹ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਜੰਗਲ ਹੈ, ਸਾਡੇ ਕੋਲ ਹੋਰ ਬਹੁਤ ਜ਼ਮੀਨਾਂ ਨੇ। ਸਾਡੇ ਕੋਲ ਲਗਭਗ 8 ਲੱਖ ਏਕੜ ਦੇ ਕਰੀਬ, 8,66,000 ਏਕੜ ਦੇ ਕਰੀਬ ਪੰਚਾਇਤੀ ਲੈਂਡ ਹੈ, ਸ਼ਾਮਲਾਟ ਲੈਂਡ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਉਹਦੇ ਚੋਂ 6 ਲੱਖ ਏਕੜ ਤੋਂ ਵੱਧ ਜਿਹੜੀ ਜ਼ਮੀਨ ਹੈ ਉਹ ਗੈਰ ਵਾਹੀਯੋਗ ਹੈ, ਮਤਲਬ ਉਹ ਤੇ ਉਹ ਠੇਕੇ ਤੇ ਨਹੀਂ ਚੜ੍ਹਦੀ, ਗੈਰ ਵਾਹੀਯੋਗ ਹੈ। ਕੁਛ ਤਾਂ ਉਹਨਾਂ ਚੋਂ ਲੱਭੋ ਜਿਹੜੀ ਜਿਹੜੀ ਵੀ ਹੈ ਤੁਹਾਡੀ, ਤੇ ਉਹਦੇ ਤੇ ਵੀ ਜੰਗਲ ਲਾਇਆ ਜਾ ਸਕਦਾ ਬੜੇ ਆਰਾਮ ਨਾਲ। ਕੁਝ ਹੋ ਸਕਦਾ ਖੱਡਾਂ 'ਚ ਹੋਏਗੀ, ਕੋਈ ਨਾਲਿਆਂ 'ਚ, ਡਰੇਨਾਂ 'ਚ ਹੋਏਗੀ, ਬੜੀਆਂ ਇੱਧਰ ਉੱਧਰ ਵੀ ਹੋਣਗੀਆਂ, ਪਰ ਉਹ ਵੀ ਜਿਹੜੀਆਂ ਸਾਰੀਆਂ ਨੇ ਉਹਨਾਂ ਦੇ ਕਿਨਾਰਿਆਂ ਤੇ ਲੱਗ ਸਕਦਾ, ਕਿਤੇ ਅੰਦਰ ਲੱਗਦਾ, ਜੋ ਵੀ ਚੀਜ਼ਾਂ ਉਹ ਦੇਖੋ। ਪਰ ਸਾਡੇ ਕੋਲ 1,70,000 ਏਕੜ ਜ਼ਮੀਨ ਵਾਹੀਯੋਗ ਜ਼ਮੀਨ ਹੈ, ਜਿਹੜੀ ਦੀ ਬੋਲੀ ਹੁੰਦੀ ਹੈ ਪੰਜਾਬ 'ਚ। ਤੁਸੀਂ ਇੱਕ ਪਾਲਿਸੀ ਬਣਾ ਦਿਓ ਕਿ ਹਰ ਪਿੰਡ ਦੇ ਕੋਲ ਜਿੰਨੀ ਸ਼ਾਮਲਾਟ ਜ਼ਮੀਨ ਆ ਉਹਦੇ 10% 'ਚ ਜੰਗਲ ਲਾਉਣਾ ਬੜਾ ਲਾਜ਼ਮੀ ਹੈ ਨਾ, ਦਰਖਤ ਲਾਉਣੇ। ਤਾਂ ਤੁਹਾਡੇ ਕੋਲ 17,000 ਏਕੜ 'ਚ ਆ ਜਾਊਗਾ। ਹੁਣ ਮੱਤੇਵਾੜਾ 4200 ਏਕੜ ਦਾ ਜੰਗਲ ਹੈ, ਤੁਹਾਡੇ ਕੋਲ 17,000 ਏਕੜ 'ਚ ਘੱਟੋ ਘੱਟ ਇੱਕ ਜੰਗਲ ਡਿਵੈਲਪ ਹੋ ਜਾਊਗਾ, ਬਣ ਜਾਊਗਾ ਉਸ ਪੱਧਰ ਦੇ ਉੱਤੇ। ਪਿੰਡ 'ਚ ਵੀ ਰਹੂਗੀ ਆਪਣੀ 90% ਜ਼ਮੀਨ, ਤੇ ਵਿੱਚ ਜੰਗਲ ਵੀ ਤੁਹਾਡੇ ਕੋਲ ਆ ਜਾਊਗਾ। ਤੇ ਉਹ ਬਹੁਤ ਵੱਡਾ ਇੱਕ ਮਤਲਬ ਫਾਇਦਾ ਦੇਊਗਾ ਵਾਤਾਵਰਨ ਦੇ ਤੌਰ ਤੇ ਪੂਰੇ ਪੰਜਾਬ ਨੂੰ ਵੀ ਫਾਇਦਾ ਦੇਊਗਾ, ਉੱਥੇ ਦੇ ਲੋਕਾਂ ਨੂੰ ਵੀ ਫਾਇਦਾ ਦੇਊਗਾ। ਹੌਲੀ ਹੌਲੀ ਉਹਦੇ 'ਚ ਹੋਰ ਆਮਦਨ ਵੀ ਵਧੂਗੀ, ਤੇ ਬਾਕੀ ਦਾ ਮਾਹੌਲ ਵੀ, ਜਿਹੜਾ ਸਾਡਾ ਕਲਾਈਮੇਟ ਠੀਕ ਹੋ ਗਿਆ, ਬਰਸਾਤਾਂ ਠੀਕ ਤਰੀਕੇ ਨਾਲ ਪੈਣਗੀਆਂ, ਬਾਕੀ ਚੀਜ਼ਾਂ ਵੀ ਨਾਲ ਜੁੜ ਜਾਣਗੀਆਂ ਉਹ ਸਾਰੇ ਦੇ। ਪਰ ਇਹ ਪਾਲਿਸੀ ਸਰਕਾਰ ਬਣਾ ਸਕਦੀ ਹੈ ਇਸ ਪੱਧਰ ਦੀ ਕਿ ਅਗਲੇ ਸਾਲ ਦੀ ਬੋਲੀ ਤੋਂ ਭਾਈ ਇੰਨਾ ਅਸੀਂ ਇਸ ਕੰਮ ਲਈ ਤੁਸੀਂ ਰੱਖੋ, ਆਪਣੇ ਢੰਗ ਨਾਲ ਜਿੱਥੇ ਵੀ ਰੱਖ ਸਕਦੇ ਹੋ। ਇਹ ਇੱਕ ਤਰੀਕਾ ਹੈ। ਤੇ ਦੂਜਾ ਤਰੀਕਾ ਨਾਲ ਦੀ ਨਾਲ ਇਹ ਹੈ ਕਿ ਇਹਦੇ 'ਚ ਰੁਜ਼ਗਾਰ ਦਿਓ। ਮਨਰੇਗਾ 'ਚ ਹਰ 200 ਬੂਟੇ ਪਿੱਛੇ ਪਾਲਣ ਲਈ ਪੰਜਾਬ ਦੇ ਲੱਖਾਂ ਬੰਦਿਆਂ ਨੂੰ ਰੁਜ਼ਗਾਰ ਮਿਲ ਸਕਦਾ। 17,000 ਏਕੜ 'ਚ ਜੇਕਰ ਤੁਸੀਂ ਬੂਟੇ ਲਾਓਗੇ, ਹਰ 200 ਬੂਟੇ ਪਿੱਛੇ 4 ਪਰਿਵਾਰਾਂ ਨੂੰ 3-3 ਸਾਲ ਲਈ ਰੁਜ਼ਗਾਰ ਮਿਲੂਗਾ, ਤਾਂ ਕਿੰਨੇ ਮਲਟੀਪਲਾਈ ਹੋ ਸਕਣਗੇ। ਤੇ ਹਰ 5 ਏਕੜ ਵਾਲਾ ਕਿਸਾਨ ਜੇ ਬੂਟੇ ਲਾਵੇ ਆਪਦੇ ਖੇਤ ਦੇ ਵਿੱਚ, ਉਹਨੂੰ ਮਨਰੇਗਾ ਦੀ ਦਿਹਾੜੀ ਵੀ ਮਿਲਦੀ ਹੈ, ਤੇ ਉਹਨੂੰ ਮਟੀਰੀਅਲ ਕਾਸਟ ਦਾ ਫਾਇਦਾ ਵੀ ਹੁੰਦਾ ਹੈ। ਜੇ ਉਹਨੂੰ 28-30 ਹਜ਼ਾਰ ਦਾ ਫਾਇਦਾ ਹੁੰਦਾ ਦਿਖੂਗਾ, ਤਾਂ ਕੋਈ ਵੀ ਲਾ ਲੂਗਾ 500 ਬੂਟਾ, 200 ਬੂਟਾ ਆਪਣੇ ਆਪਣੇ ਖੇਤਾਂ ਦੇ ਵਿੱਚ। ਤੇ ਜੇ ਉਹਨੂੰ ਨਾਲ ਕੋਈ ਉਤਸ਼ਾਹ ਦਿਓਗੇ ਤਾਂ ਹੀ ਹੈ ਨਾ। 46% ਕਿਸਾਨ ਆਪਣੇ ਕੋਲ 5 ਏਕੜ ਵਾਲਾ, ਤੇ ਜੇ ਉਹ ਸਾਰੇ ਇਧਰ ਨੂੰ ਚੱਲ ਪਏ ਤਾਂ ਪੰਜਾਬ ਦੇ ਵਿੱਚ ਬਾਗਬਾਨੀ ਵੀ ਵਿਕਸਿਤ ਹੋ ਜੂ, ਤੇ ਦਰਖਤ ਵੀ ਇੰਨੇ ਲੱਗਣਗੇ, ਤਾਂ এনवायरमेंट ਬੜੇ ਵੱਡੇ ਪੱਧਰ ਤੇ ਠੀਕ ਕੀਤਾ ਜਾ ਸਕਦਾ। ਪਰ ਉਹਨਾਂ ਬੰਦਿਆਂ ਨੂੰ ਰੁਜ਼ਗਾਰ ਔਰ ਪੈਸਾ ਉਹੀ ਸਕੀਮ ਚੋਂ ਜਿਹੜੀ ਪਹਿਲਾਂ ਹੀ ਚੱਲਦੀ ਆ, ਤੁਹਾਡੇ ਖਜ਼ਾਨੇ ਚੋਂ ਵੀ ਨਹੀਂ ਆਉਂਦੀ, ਉਧਰ ਨੂੰ ਤੋਰੋ ਤਾਂ ਸਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਦੂਜੀ ਗੱਲ, ਕੇਂਦਰ ਸਰਕਾਰ ਵਾਲਾ ਜਿਹੜਾ ਮਾਮਲਾ, ਕੇਂਦਰ ਸਰਕਾਰ ਦਾ ਇਹ ਮਾਮਲਾ ਹੈ ਕਿ ਉਹਨੇ ਰੂਲ ਬਣਾਤੇ ਨੇ 2022 ਦੇ, ਮਤਲਬ ਜੰਗਲ ਬਚਾਉਣ ਸੰਭਾਲ ਕਾਨੂੰਨ ਉਹਦਾ ਨਾਂ ਤਾਂ ਹੈ, ਪਰ ਉਹਦੇ 'ਚ ਜਿਹੜਾ ਵਿਰੋਧ ਹੋ ਰਿਹਾ ਲਗਾਤਾਰ ਉਹ ਇਹ ਹੈ ਕਿ ਖਾਸ ਤੌਰ ਤੇ ਜਿਹੜਾ ਕਬੈਲੀ ਖੇਤਰ ਹੈ, ਜਿੱਥੇ ਟ੍ਰਾਈਬਲ ਲੋਕ ਰਹਿੰਦੇ ਨੇ, ਬਹੁਤ ਵੱਡੀ ਪਾਪੂਲੇਸ਼ਨ ਹੈ ਦੇਸ਼ ਦੇ ਵਿੱਚ, ਉੱਥੇ ਦੀਆਂ ਗ੍ਰਾਮ ਸਭਾਵਾਂ ਬਹੁਤ ਮਜ਼ਬੂਤ ਨੇ। ਗ੍ਰਾਮ ਸਭਾ ਤੋਂ ਪੁੱਛੇ ਬਿਨਾਂ ਕੋਈ ਵੀ ਕੰਮ ਹੋਏ ਨਹੀਂ ਸਕਦਾ। ਉੱਥੇ ਲੋਕਾਂ 'ਚ ਜਾਗਰੂਕਤਾ ਵੀ ਹੈ ਔਰ ਕਾਨੂੰਨੀ ਤੌਰ ਤੇ ਵੀ ਹੈ। ਹੁਣ ਇਹ ਨਿਯਮਾਂ ਦੇ ਵਿੱਚ ਇਹ ਗੱਲ ਕਰ ਦਿੱਤੀ ਗਈ ਹੈ ਕਿ ਗ੍ਰਾਮ ਸਭਾ ਨੂੰ ਕੱਢਤਾ ਹੈ, ਸੂਬਾ ਸਰਕਾਰ ਨੂੰ ਪਾਤਾ ਇਸ ਮਾਮਲੇ 'ਚ, ਕਿ ਕੇਂਦਰ ਜਿਹੜਾ ਲੈਣਾ ਚਾਹੂਗਾ, ਜਿਹੜਾ ਵੀ ਕੋਈ ਜ਼ਮੀਨ ਜਾਂ ਬਾਕੀ ਚੀਜ਼ਾਂ, ਉਹਦੇ 'ਚ ਪੰਜਾਬ ਸਰਕਾਰ ਦੀ ਮਨਜ਼ੂਰੀ ਮਿਲ ਜੇ, ਬਾਕੀ ਗੱਲਾਂ ਉਦੋਂ ਬਾਅਦ 'ਚ ਦੇਖੀਆਂ ਜਾਣਗੀਆਂ। ਪੰਜਾਬ ਜਾਂ ਕੋਈ ਵੀ ਸੂਬੇ ਸਰਕਾਰ ਦੀ ਮਨਜ਼ੂਰੀ ਮਿਲ ਜੇ ਤੇ ਬਾਕੀ ਗੱਲਾਂ ਬਾਅਦ 'ਚ ਦੇਖਾਂਗੇ। ਇਹਦੇ ਤੇ ਇਹ ਵਿਰੋਧ ਕਰ ਰਹੇ ਨੇ ਜਿਹੜੇ ਵੀ ਬਾਹਰ ਬੰਦੇ ਵੀ ਨੇ ਜਾਂ ਵਿਰੋਧੀ ਧਿਰਾਂ ਵੀ ਨੇ, ਕਿ ਇਹ ਇੱਕ ਸਾਜ਼ਿਸ਼ ਦੇ ਤਹਿਤ ਜਿਹੜੇ ਬੁਨਿਆਦੀ ਲੋਕ ਜਿਨ੍ਹਾਂ ਦਾ ਰਹਿੰਦਾ, ਉਹ ਦੇਸ਼ ਦੀ ਆਬਾਦੀ ਦਾ 21% ਨੇ। ਥੋੜੇ ਬੰਦੇ ਨਹੀਂ, ਕਰੋੜਾਂ ਬੰਦਾ ਹੈ। ਉਹ ਕਰੋੜਾਂ ਬੰਦੇ ਦਾ ਤੁਸੀਂ ਹੱਕ ਛੀਨ ਲਿਓ, ਤੇ ਕਾਰਪੋਰੇਟ ਨੂੰ ਸਿੱਧਾ ਦੇ ਰਹੇ ਹੋ ਬਾਈਪਾਸ ਕਰਕੇ ਜੰਗਲ ਪੱਟਣ ਦਾ, ਉਹਦੇ ਚੋਂ ਖਣਿਜ ਪਦਾਰਥ ਲਿਆਉਣ ਦਾ, ਤੇ ਉਹਦੇ ਦਰਖਤ ਕੱਟਣ ਦਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਦੇਸ਼ ਨੂੰ ਅਸੀਂ ਹਰਿਆ ਭਰਿਆ ਬਣਾਉਣਾ ਹੈ, ਅਸੀਂ ਬਾਕੀ ਚੀਜ਼ਾਂ ਕਰਨੀਆਂ ਨੇ, ਇਹ ਉਹਦੇ ਵਿਰੋਧੀ ਚੀਜ਼ ਹੈ। ਔਰ ਇਹਦੇ ਤੇ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਗੱਲ ਚੱਲੂਗੀ, ਜਦੋਂ ਟੋਟਲ ਬਾਹਰ ਆ ਗਿਆ
ਉਹ ਨਿਯਮਾਂ ਦਾ ਜਿਹੜਾ ਸਾਰਾ ਸਿਸਟਮ ਹੈ। ਪਰ ਇਹ ਕਬਾਇਲੀ ਖੇਤਰਾਂ ਦੇ ਵਿੱਚ ਵੀ ਚੱਲੂਗੀ। ਮਤਲਬ ਸਰਕਾਰਾਂ ਨੂੰ ਘੱਟੋ ਘੱਟ ਜੇ ਡੈਮੋਕ੍ਰੇਸੀ ਹੈ ਤਾਂ ਜਿਹੜੇ ਲੋਕਾਂ ਤੇ ਤੁਸੀਂ ਕਾਨੂੰਨ ਜਾਂ ਨਿਯਮ ਲਾਗੂ ਕਰਦੇ ਹੋ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ। ਕਿਸਾਨਾਂ ਤੋਂ ਵੀ ਨਹੀਂ ਪੁੱਛਿਆ ਗਿਆ ਸੀ, ਇਸੇ ਕਰਕੇ ਕਿਸਾਨ ਅੰਦੋਲਨ ਹੋਇਆ। ਇਸ ਏਰੀਏ ਦੇ ਲੋਕਾਂ ਤੋਂ ਵੀ ਨਹੀਂ ਪੁੱਛਿਆ ਗਿਆ ਸੀ, ਇਸੇ ਕਰਕੇ ਮੱਤੇਵਾੜਾ ਅੰਦੋਲਨ ਹੋਇਆ। ਤੇ ਦੇਸ਼ ਦੇ ਵਿੱਚ ਇਹ ਅੰਦੋਲਨਾਂ ਨੂੰ ਜਨਮ ਦੇਗੀ ਚੀਜ਼। ਔਰ ਲੋਕ ਲੜਨਗੇ, ਲੋਕ ਐ ਤਾਂ ਨਹੀਂ ਮੇਰੇ ਖਿਆਲ ਨਾਲ ਦੇਣਗੇ ਕਿ ਜੇ ਉਹਨਾਂ ਦੀ ਸ਼ਮੂਲੀਅਤ ਨਹੀਂ। ਜਮਹੂਰੀਅਤ ਇਸ ਗੱਲ ਦੀ ਮੰਗ ਕਰਦੀ ਹੈ ਕਿ ਪਹਿਲਾਂ ਹੀ ਲੋਕਾਂ ਦੀ ਰਾਏ ਲੈ ਲਓ ਤਾਂ ਕਿ ਲੋਕਾਂ ਨੂੰ ਵੀ ਖੱਜਲ ਖੁਆਰ ਨਾ ਹੋਣਾ ਪਵੇ ਤੇ ਸਰਕਾਰ ਨੂੰ ਵੀ ਬਾਰ-ਬਾਰ ਚੀਜ਼ਾਂ ਵਾਪਸ ਨਾ ਲੈਣੀਆਂ ਪੈਣ। ਜੀ ਸ਼ੁਕਰੀਆ ਅਮੀਰ ਸਿੰਘ ਜੀ, ਧੰਨਵਾਦ ਤੁਹਾਡਾ। ਜੀ ਮਿਹਰਬਾਨੀ। ਉਮੀਦ ਕਰਦੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ ਉਹ ਖੇਤੀ ਨੀਤੀ ਜਾਂ ਕਿਸਾਨੀ ਪੱਖੀ ਨੀਤੀਆਂ ਦੇ ਉੱਤੇ ਵਧੇਰੇ ਤਵੱਜੋ ਦੇਣਗੀਆਂ, ਖਾਸ ਕਰ ਪੰਜਾਬ ਸਰਕਾਰ, ਕਿਉਂਕਿ ਬਦਲਾਅ ਵਾਲੀ ਸਰਕਾਰ ਹੈ ਤੇ ਬਦਲਾਅ ਦੀ ਉਮੀਦ ਇਹਨਾਂ ਤੋਂ ਕੀਤੀ ਜਾ ਸਕਦੀ ਹੈ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।